ਪ੍ਰੋਗਰਾਮ ਮੁੱਦਾ USA ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ। ਸਾਲ 2021 ਸਾਡੇ ਸਭਨਾਂ ਲਈ ਕਈ ਖੱਟੀਆਂ ਮਿੱਠੀਆਂ ਯਾਦਾਂ ਛੱਡ ਕੇ ਜਾ ਰਿਹਾ ਹੈ ਤੇ ਹੁਣ ਬਣਦਾ ਹੈ ਕਿ ਇਸ ਸਾਲ ਦੇ ਬੀਤਣ ਤੋਂ ਪਹਿਲਾਂ ਇਹਦਾ ਲੇਖਾ ਜੋਖਾ ਕੀਤਾ ਜਾਵੇ। ਅਸੀਂ ਕੀ ਖੱਟਿਆ ਤੇ ਕੀ ਗਵਾਇਆ ਹੈ। ਭਾਵੇਂ ਦੁਨੀਆ ਭਰ ਦੇ ਦੇਸ਼ ਕਰੋਨਾ ਨੂੰ ਹਰਾਉਣ ਵਿੱਚ ਲੱਗੇ ਰਹੇ ਨੇ, ਪਰ ਦਿੱਲੀ ਦੀਆਂ ਬਰੂਹਾਂ ਤੇ ਬੈਠਾ ਕਿਸਾਨ, ਸਿੱਖ ਜਥੇਬੰਦੀਆਂ ਤੇ ਮਜ਼ਦੂਰ ਦਿੱਲੀ ਨੂੰ ਹਰਾਉਣ ਤੇ ਆਪਣੇ ਹੱਕ ਮੰਗਣ ਲਈ ਉੱਥੇ 700 ਤੋਂ ਉੱਪਰ ਜਾਨਾਂ ਗਵਾ ਚੁੱਕੇ ਨੇ। ਇਹਦੇ ਦੌਰਾਨ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸਿੱਖ ਪੰਜਾਬੀ ਭਾਈਚਾਰੇ ਤੇ ਉਹਨਾਂ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਕੰਮ ਕਰਦੀਆਂ ਸੰਸਥਾਵਾਂ ਨੇ ਵੱਡਾ ਹਾਦਾ ਹੁੰਗਾਰਾ ਭਰਿਆ ਸੀ। ਪਰ ਸਿੱਖ ਭਾਈਚਾਰੇ ਨੇ ਇਹਦੇ ਵਿੱਚ ਕੀ ਖੱਟਿਆ ਤੇ ਕੀ ਗਵਾਇਆ ਹੈ, ਇਹਦਾ ਲੇਖਾ ਜੋਖਾ ਕਰਨ ਲਈ ਸਾਡੇ ਨਾਲ ਨੇ ਸਿੱਖਸ ਆਫ ਅਮਰੀਕਾ ਦੇ ਜਸਦੀਪ ਸਿੰਘ ਜੈਸੀ। ਜੈਸੀ ਜੀ, ਤੁਹਾਡਾ ਸਵਾਗਤ ਹੈ। ਥੈਂਕ ਯੂ ਜੀ। ਸਾਰੇ ਦੇਖਣ ਵਾਲੇ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਜਿਵੇਂ ਮੈਂ ਗੱਲ ਕੀਤੀ ਆ, ਜੇ ਆਪਾਂ ਇਸ ਸਾਲ ਦਾ ਲੇਖਾ ਜੋਖਾ ਕਰੀਏ, ਸਾਰੀ ਸਿੱਖ ਸਿਆਸਤ ਦੇ ਵਿੱਚ ਅਜੇ ਵੀ ਬੜੀ ਭੰਬਲ ਭੂਸੇ ਵਾਲੀ ਸਥਿਤੀ ਬਣੀ ਹੋਈ ਹੈ। ਜਦੋਂ ਅਸੀਂ ਇਹ ਦੇਖਦੇ ਹਾਂ ਕਿ ਸਿੱਖ ਵੱਡੀ ਪ੍ਰਾਪਤੀ ਤੋਂ ਬਾਅਦ ਵਾਪਸ ਪਹੁੰਚੇ ਨੇ, ਹੁਣ ਭਵਿੱਖ ਕਿਸ ਤਰ੍ਹਾਂ ਦਾ ਨਜ਼ਰ ਆਉਂਦਾ ਔਰ ਬੀਤੇ ਦੇ ਵਿੱਚ ਸਾਡੇ ਕਿਹੜੇ ਚੰਗੇ ਪੱਖ ਨੇ ਤੇ ਕਿਹੜੇ ਮਾੜੇ ਪੱਖ ਨੇ, ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਸਭ ਤੋਂ ਪਹਿਲਾਂ ਤਾਂ ਇਹ ਸਾਲ ਜਾਂਦੇ ਜਾਂਦੇ ਆਪਣੇ ਅਖੀਰਲੇ ਮਹੀਨਿਆਂ ਵਿੱਚ ਸਿੱਖ ਕੌਮ ਵਾਸਤੇ ਬੜੀ ਵੱਡੀ ਮੈਂ ਕਹਿੰਦਾ ਜਿੱਤ ਦੇਖੀ ਗਿਆ ਹੈ। ਹਾਲਾਂਕਿ ਜਿੱਤ ਸਾਡੇ ਕਿਸਾਨ ਭਰਾਵਾਂ ਦੀ ਹੈ, ਮਜ਼ਦੂਰ ਜਥੇਬੰਦੀਆਂ ਦੀ ਹੈ, ਪਰ ਉਹਦੇ ਵਿੱਚ ਮੈਜੋਰਟੀ ਸਾਡੇ ਸਿੱਖ ਕਿਸਾਨ ਭਰਾ ਸਨ ਤੇ ਇੱਕ ਮਿੱਠੀ ਜਿੱਤ ਸਾਨੂੰ ਦੇਖੀ ਗਿਆ ਹੈ। ਦੂਜਾ ਜਿਹੜਾ ਕਰਤਾਰਪੁਰ ਸਾਹਿਬ ਕੋਰੀਡੋਰ ਬੰਦ ਪਿਆ ਸੀ ਕੋਵਿਡ ਕਰਕੇ, ਉਹ ਦੁਬਾਰਾ ਖੋਲ੍ਹਿਆ ਗਿਆ ਤੇ ਮੈਂ ਸਮਝਦਾ ਬੜੇ ਅੱਛੀ ਇਹ ਦੋ ਚੀਜ਼ਾਂ ਹੋਈਆਂ ਨੇ ਸਾਡੀ ਕੌਮ ਵਾਸਤੇ। ਪਰ ਜਿਸ ਤਰ੍ਹਾਂ ਤੁਸੀਂ ਕਿਹਾ, ਜੇ ਅਸੀਂ ਐਨਾਲਿਸਿਸ ਕਰੀਏ ਇਹ ਪੂਰੇ ਕਿਸਾਨ ਮੋਰਚੇ ਦਾ, ਕਿਸ ਤਰ੍ਹਾਂ ਇਹ ਚੱਲਿਆ, ਕਿਸ ਤਰ੍ਹਾਂ ਭਾਰਤ ਵਿੱਚ ਇਹ ਕਾਮਯਾਬ ਰਿਹਾ ਔਰ ਕਿਸ ਤਰ੍ਹਾਂ ਬਾਹਰ ਬੈਠੀ ਜਥੇਬੰਦੀਆਂ ਨੇ ਵੀ ਇਹਨੂੰ ਸਪੋਰਟ ਦਿੱਤੀ ਔਰ ਇੱਥੇ ਕੀ ਕੀ ਹੋਇਆ, ਤੇ ਮੈਂ ਸਮਝਦਾ ਕਿ ਸਾਨੂੰ ਇਹ ਪੂਰੇ ਜਿਹੜਾ ਆਪਣੇ ਆਪ ਨੂੰ ਅੰਦਰ ਇੱਕ ਝਾਂਕੀ ਮਾਰਨ ਦੀ ਲੋੜ ਹੈ। ਕਿਉਂਕਿ ਇੱਥੇ ਜਿੱਥੇ ਕਈ ਜਥੇਬੰਦੀਆਂ ਨੇ ਬਾਹਰ ਅਮਰੀਕਾ ਵਿੱਚ, ਕੈਨੇਡਾ ਵਿੱਚ ਸਹੀ ਤਰੀਕੇ ਨਾਲ ਮੋਰਚੇ ਲਾਏ, ਸਹੀ ਤਰੀਕੇ ਨਾਲ ਪ੍ਰੋਟੈਸਟ ਕੀਤੇ, ਉੱਥੇ ਕਈ ਐਸੀ ਵੀ ਜਥੇਬੰਦੀਆਂ ਸਨ ਜਿਨ੍ਹਾਂ ਨੇ ਕਿ ਕੁਝ ਹੋਰ ਇਹਨੂੰ ਰੰਗ ਦੇਣ ਦੀ ਕੋਸ਼ਿਸ਼ ਕੀਤੀ। ਕਿਸਾਨ ਮੁੱਦੇ ਨੂੰ ਇੱਕ ਖਾਲਿਸਤਾਨ ਦਾ ਮੂਵਮੈਂਟ ਦਾ ਰੰਗ ਦੇਣ ਦੀ ਕੋਸ਼ਿਸ਼ ਕੀਤੀ ਗਈ। ਕਈਆਂ ਨੇ ਆਪਣੀ ਪਰਸਨਲ ਜਿਹੜੀ ਲੜਾਈਆਂ ਸਨ ਇੱਥੇ ਉਹ ਬਾਹਰ ਲਿਆ ਕੇ ਤੇ ਕਈਆਂ ਨੂੰ ਬਦਨਾਮ ਕੀਤਾ ਗਿਆ, ਕਈਆਂ ਨੇ ਧੜਬਾਜ਼ੀ ਬਣਾਈ ਗਈ। ਇੱਥੇ ਜਿੱਥੇ ਅਸੀਂ ਦੇਖਿਆ ਕਿ ਕਈ ਸੰਗਠਨਾਂ ਨੇ ਮਿਲ ਕੇ ਯੂਨਾਈਟ ਹੋ ਕੇ ਕੰਮ ਕੀਤਾ ਹੈ, ਉੱਥੇ ਕਈਆਂ ਨੇ ਇਹਦੇ ਵਿੱਚ ਆਪਣੇ ਪਰਸਨਲ ਗੇਨਸ ਤੇ ਪਰਸਨਲ ਜਿਹੜੀਆਂ ਗੱਲਾਂ ਉਹ ਵੀ ਕੀਤੀਆਂ ਨੇ, ਜਿਹਦੇ ਨਾਲ ਕਿ ਕਿਸੇ ਨੂੰ ਨੁਕਸਾਨ ਨਹੀਂ ਹੋਇਆ ਪਰ ਮੋਰਚੇ ਨੂੰ ਨੁਕਸਾਨ ਹੁੰਦਾ ਸੀ। ਜਿਹੜੇ ਸਾਡੇ ਕਿਸਾਨ ਭਰਾ ਇੰਡੀਆ ਵਿੱਚ ਬੈਠੇ ਸੀ ਉਹਨਾਂ ਨੂੰ ਨੁਕਸਾਨ ਹੁੰਦਾ ਸੀ ਜਦੋਂ ਇੱਥੇ ਅਸੀਂ ਇਸ ਮੋਰਚੇ ਨੂੰ ਹੋਰ ਦੂਜਾ ਕੋਈ ਰੰਗ ਦੇ ਦਿੰਦੇ ਸੀ ਤੇ ਉੱਥੇ ਬੈਠੇ ਜਿਹੜੇ ਸਾਡੇ ਕਿਸਾਨ ਭਰਾ ਨੇ, ਸਾਡੇ ਸਿੱਖ ਭਰਾ ਨੇ, ਉਹਨਾਂ ਨੂੰ ਇੱਕ ਉਹਨਾਂ ਦੇ ਜਾਇਜ਼ ਮੋਰਚੇ ਨੂੰ ਇੱਕ ਧੱਕਾ ਲੱਗਦਾ ਸੀ। ਉਹਨੂੰ ਫਿਰ ਉੱਥੇ ਦਾ ਮੀਡੀਆ, ਜਿਹਨੂੰ ਅਸੀਂ ਗੋਦੀ ਮੀਡੀਆ ਕਹਿੰਦੇ ਹਾਂ, ਉੱਥੇ ਦੀ ਸਰਕਾਰਾਂ ਉਹਨੂੰ ਹੋਰ ਐਕਸਪਲੋਇਟ ਕਰਦੀਆਂ ਸਨ ਤੇ ਇੱਥੇ ਫਿਊਚਰ ਵਿੱਚ ਮੈਂ ਕਹਿੰਦਾ ਕੋਈ ਇਸ ਤਰ੍ਹਾਂ ਦੇ ਸਾਡੀ ਕੌਮ ਦੇ ਉੱਪਰ ਕੋਈ ਇਹੋ ਜਿਹੀ ਗੱਲਾਂ ਨਾ ਆਉਣ। ਹਾਲੀ ਹੋਰ ਵੀ ਕਈ ਮੰਗਾਂ ਨੇ ਜਿਹੜੀਆਂ ਅਸੀਂ ਮੌਜੂਦਾ ਸਰਕਾਰਾਂ ਕੋਲੋਂ, ਮੋਦੀ ਸਰਕਾਰ ਕੋਲੋਂ ਮੰਗਣੀਆਂ ਨੇ, ਜਿਹੜੀਆਂ ਅਸੀਂ ਹਾਲੀ ਸਾਡੇ ਜਿਹੜੇ ਹੱਕ ਇਹਨੂੰ ਲੈਣੇ ਨੇ। ਪਰ ਸਾਨੂੰ ਆਪਣੇ ਵੇ ਆਫ ਪ੍ਰੋਟੈਸਟ ਜਿਹੜਾ ਅਸੀਂ ਬਾਹਰ ਬੈਠੇ ਸਿੱਖ ਜਿਵੇਂ ਪ੍ਰੋਟੈਸਟ ਕਰਦੇ ਹਾਂ, ਸਾਨੂੰ ਝਾਤੀ ਮਾਰਨੀ ਪਏਗੀ ਕਿ ਅਸੀਂ ਉਹ ਪ੍ਰੋਟੈਸਟ ਇਸ ਤਰ੍ਹਾਂ ਨਾ ਕਰੀਏ ਕਿ ਉੱਥੇ ਜਿਹੜੇ ਸਾਡੇ ਵੀਰ ਬੈਠੇ ਨੇ, ਬਜਾਏ ਉਹਨਾਂ ਦੀ ਹੈਲਪ ਕਰਨ ਦੇ ਅਸੀਂ ਉਹਨਾਂ ਦਾ ਕੰਮ ਖਰਾਬ ਕਰ ਦਈਏ। ਮੈਂ ਇਹਨੂੰ ਇਸ ਤਰ੍ਹਾਂ ਦੇਖਦਾ, ਜਿਹੜੇ ਤੁਸੀਂ ਇਹ ਸਾਰੇ ਕੰਸਰਨ ਉਜਾਗਰ ਕੀਤੇ ਨੇ, ਇਹਨਾਂ ਦੇ ਵਿੱਚੋਂ ਸਭ ਤੋਂ ਪਹਿਲੀ ਗੱਲ ਹੈਗੀ ਕਿ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਸਾਨੂੰ ਸੇਧ ਬੜੀ ਵੱਡੀ ਦਿੱਤੀ ਆ ਜਦੋਂ ਹੁਣ ਉਹ ਜਿੱਤ ਕੇ ਵਾਪਸ ਗਈਆਂ ਨੇ, ਔਰ ਉਹ ਹੈਗੀ ਆ ਉਹਨਾਂ ਦਾ ਏਕਤਾ। ਬੜਾ ਕੁਛ ਹੋਇਆ, ਸਰਕਾਰਾਂ ਤੋੜਨ ਦੀ ਕੋਸ਼ਿਸ਼ ਕਰਦੀਆਂ ਨੇ ਔਰ ਬੜਾ ਸੌਖਾ ਹੁੰਦਾ ਆ ਇਹ ਇਲਜ਼ਾਮ ਲਾ ਦੇਣਾ ਕਿ ਬਾਰਡਰ ਪਾਰ ਤੋਂ ਲੋਕ ਆ ਕੇ ਆ ਕੁਛ ਕਰ ਰਹੇ ਨੇ, ਸਰਕਾਰਾਂ ਤੋੜਨ ਦੀ ਕੋਸ਼ਿਸ਼ ਕਰ ਰਹੀਆਂ ਨੇ। ਇਹ ਜਥੇਬੰਦੀਆਂ ਨਾ ਝੁਕੀਆਂ ਨਾ ਟੁੱਟੀਆਂ, ਜਿੱਤ ਪ੍ਰਾਪਤ ਕਰਕੇ ਗਈਆਂ। ਜੇ ਇਸੇ ਗੱਲ ਨੂੰ ਆਪਾਂ ਆਪਣੀ ਸਿਆਸਤ ਦੇ ਉੱਤੇ, ਜਿਹੜੇ ਤੁਸੀਂ ਇਹ ਕੀਤਾ ਕਿ ਪ੍ਰੋਟੈਸਟ ਹੋਏ ਕੁਛ ਲੋਕਾਂ ਨੇ ਕਿਸੇ ਤਰੀਕੇ ਨਾਲ, ਔਰ ਉਹ ਉਂਝ ਹੀ ਜਿਵੇਂ ਉੱਥੋਂ ਦੇ ਸਾਡੇ ਜਥੇਬੰਦੀਆਂ ਕਹਿੰਦੀਆਂ ਸੀਗੀਆਂ, ਜੇ ਸਾਫ਼ ਤੌਰ 'ਤੇ ਕਹੀਏ ਗਰਮ ਖਿਆਲੀਆਂ ਨੂੰ ਕਿ ਖਾਲਿਸਤਾਨ ਦਾ ਮੁੱਦਾ ਨਾ ਉਭਾਰੋ, ਸਾਨੂੰ ਨੁਕਸਾਨ ਹੋਊਗਾ, ਪਰ ਉਹ ਹੁੰਦਾ ਰਿਹਾ। ਫਿਰ ਵੀ ਇੱਥੇ ਕਿਤੇ ਨਾ ਕਿਤੇ ਪ੍ਰੋਟੈਸਟ ਦੇ ਵਿੱਚ ਇਹ ਮੁੱਦੇ ਉੱਠਦੇ ਰਹੇ। ਇਹ ਜਿਹੜੀ ਏਕਤਾ ਆ,
ਜੇ ਪਿਛਲੇ ਸਬਕ ਤੋਂ ਆਪਾਂ ਕੁਝ ਅੱਗੇ ਸੇਧ ਲੈ ਕੇ ਚੱਲਣਾ ਹੋਵੇ ਤੇ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ? ਜੇ ਉਹ ਲੋਕ ਕਾਮਯਾਬ ਹੋ ਸਕਦੇ ਨੇ ਜਿਨ੍ਹਾਂ ਨੂੰ ਕਈ ਤਰ੍ਹਾਂ ਦੇ ਵਿਸ਼ੇਸ਼ਣ ਲਾਏ ਗਏ ਉਹਨਾਂ ਦੇ ਨਾਲ ਕਿ ਇਹ ਜਾਹਲ ਨੇ, ਇਹ ਪੇਂਡੂ ਨੇ, ਇਹ ਅਨਪੜ੍ਹ ਨੇ, ਉਹਨਾਂ ਨੇ ਸਾਬਤ ਕਰ ਦਿੱਤਾ ਹੈ ਤੇ ਅਸੀਂ ਤਾਂ ਉਸ ਮੁਲਕ ਦੇ ਵਿੱਚ ਬੈਠੇ ਹਾਂ ਬਾਹਰ ਆ ਕੇ। ਇਹਦੇ ਬਾਰੇ ਕੀ ਕਹੋਗੇ? ਬਿਲਕੁਲ ਤੁਹਾਡੀ ਗੱਲ ਠੀਕ ਹੈ। ਮੇਰੀ ਸਮਝ ਦੇ ਮੁਤਾਬਿਕ ਜਿਹੜਾ ਇਹ ਜਿੱਤ ਹੋਈ ਹੈ ਇਹ ਸਿਰਫ ਸੰਯੁਕਤ ਕਿਸਾਨ ਮੋਰਚਾ ਜਿਹੜੀ ਜਥੇਬੰਦੀਆਂ ਸਨ, 40 ਤੋਂ ਉੱਪਰ ਜਥੇਬੰਦੀਆਂ ਸਨ ਜੀ, ਇਹਨਾਂ ਦੀ ਯੂਨਿਟੀ ਕਰਕੇ ਹੋਈ। ਇਹ ਬਿਲਕੁਲ ਆਪਣਾ ਜਿਹੜਾ ਇਹਨਾਂ ਦਾ ਵਿਜ਼ਨ ਸੀ, ਜਿਹੜਾ ਮਿਸ਼ਨ ਸੀ, ਉਸ ਤੋਂ ਬਿਲਕੁਲ ਹਟੇ ਨਹੀਂ। ਯੂਨਾਈਟਿਡ ਰਹਿ ਕੇ, ਜੇ ਕੋਈ ਪਿੱਛੇ ਰਾਜੋਵਾਲ ਸਾਹਿਬ ਨੇ ਜੇ ਕੋਈ ਬਿਆਨ ਗਲਤ ਦਿੱਤਾ ਜਾਂ ਆਪਣੀ ਮੇਨ ਸਟਰੀਮ ਦੇ ਖਿਲਾਫ ਦਿੱਤਾ, ਉਹਨਾਂ ਨੇ ਵੀ ਆਪਣੇ ਉੱਪਰ ਜਿਹੜੇ ਸੈਂਕਸ਼ਨ ਲੱਗੇ ਉਹਨਾਂ ਨੂੰ ਮੰਨਿਆ, ਦੁਬਾਰਾ ਯੂਨਿਟੀ ਦਿਖਾਈ, ਸਾਰੇ ਹਮੇਸ਼ਾ ਇਕੱਠੇ ਰਹੇ ਨੇ ਜੀ। ਔਰ ਇਸ ਕਰਕੇ ਜਿੱਤ ਹੋਈ ਹੈ। ਉਹੀ ਮੈਂ ਉਹ ਸਾਡੇ ਇੱਥੇ ਹਾਲੇ ਸਾਨੂੰ ਬਹੁਤ ਜ਼ਰੂਰੀ ਯੂਨਾਈਟ ਹੋਣਾ। ਤੁਹਾਨੂੰ ਐਗਜ਼ਾਮਪਲ ਦੇਣਾ, ਇੱਥੇ ਸਾਡੇ ਕੁਝ ਲੋਕਲ ਅਮਰੀਕਾ ਵਿੱਚ ਬੀਜੇਪੀ ਦੇ ਲੀਡਰ ਸਨ ਜਿਨ੍ਹਾਂ ਨੇ ਰਿਜ਼ਾਈਨ ਦਿੱਤੇ, ਕਈਆਂ ਨੇ ਰਿਜ਼ਾਈਨ ਦੇ ਗਏ, ਕਈਆਂ ਨੇ ਵਿੱਚ ਰਹਿ ਕੇ ਸਿੱਖ ਕਿਸਾਨਾਂ ਦੇ ਮੁੱਦੇ ਨੂੰ ਆਪਣੀ ਪਾਰਟੀ ਵਿੱਚ ਦਬਾਉਂਦੇ ਰਹੇ। ਸਾਨੂੰ ਇਹ ਉਠਾਉਂਦੇ ਰਹੇ ਆਪਣੀ ਪਾਰਟੀ ਵਿੱਚ ਕਿ ਇਹ ਸੋਲਵ ਕੀਤਾ ਜਾਏ, ਪ੍ਰੈਸ਼ਰ ਪਾਉਂਦੇ ਰਹੇ ਆਪਣੀ ਪਾਰਟੀ ਵਿੱਚ। ਸਾਨੂੰ ਐਜ਼ ਅ ਸਿੱਖ ਕਮਿਊਨਿਟੀ, ਸਾਡਾ ਸਿੱਖ ਜਿੱਥੇ ਵੀ ਹੋਏ, ਭਾਵੇਂ ਉਹ ਬੀਜੇਪੀ ਵਿੱਚ ਹੈ, ਭਾਵੇਂ ਕਾਂਗਰਸ ਵਿੱਚ ਹੈ, ਭਾਵੇਂ ਅਕਾਲੀ ਦਲ ਵਿੱਚ ਹੈ, ਭਾਵੇਂ ਅਮਰੀਕਾ ਦੀ ਰਿਪਬਲਿਕਨ ਪਾਰਟੀ 'ਚ ਹੈ ਜਾਂ ਅਮਰੀਕਾ ਦੀ ਡੈਮੋਕ੍ਰੇਟ ਪਾਰਟੀ ਵਿੱਚ ਹੈ, ਜੇ ਉਹ ਸਿੱਖ ਮੁੱਦਿਆਂ ਦੀ ਗੱਲ ਕਰ ਰਿਹਾ ਹੈ, ਜੇ ਉਹ ਸਿੱਖੀ ਦੀ ਗੱਲ ਕਰ ਰਿਹਾ ਹੈ, ਇਸ਼ੂਜ਼ ਵਾਸਤੇ ਗੱਲ ਕਰ ਰਿਹਾ ਹੈ, ਸਾਨੂੰ ਬਿਲਕੁਲ ਉਹਦਾ ਸਾਥ ਦੇਣਾ ਚਾਹੀਦਾ ਹੈ। ਪਾਰਟੀ ਲਾਈਨਸ ਤੋਂ ਉੱਪਰ ਉੱਠ ਕੇ ਜਿਹੜੀ ਛੋਟੀ ਸਾਡੀਆਂ ਜੈਲਸੀਜ਼ ਔਰ ਪਾਰਟੀਜ਼ ਦੀ ਜਿਹੜੀ ਆਪਸ ਵਿੱਚ ਅਸੀਂ ਇੱਥੇ ਕਰਦੇ ਹਾਂ, ਇਹਦੇ ਤੋਂ ਉੱਪਰ ਉੱਠ ਕੇ ਸਾਨੂੰ ਆਪਣੀ ਕੌਮ ਬਾਰੇ ਸੋਚਣਾ ਪਏਗਾ। ਜੇ ਅੱਜ ਮੈਂ ਕਹਿੰਦਾ ਕੋਈ ਬੀਜੇਪੀ ਵਿੱਚ ਵੀ ਸਿੱਖ ਹੈ ਔਰ ਉਹ ਬੀਜੇਪੀ ਵਿੱਚ ਰਹਿ ਕੇ ਕਿਸਾਨਾਂ ਦੀ ਸਪੋਰਟ ਕਰ ਰਿਹਾ ਸੀ ਔਰ ਅੰਦਰ ਆਵਾਜ਼ ਚੁੱਕ ਰਿਹਾ ਸੀ, ਵੀ ਆਪਣੀ ਪਾਰਟੀ ਨੂੰ ਹੀ ਕਹਿ ਰਿਹਾ ਸੀ ਕਿ ਕਿਸਾਨਾਂ ਦੀ ਮਦਦ ਕੀਤੀ ਜਾਏ, ਇਹਨਾਂ ਦੇ ਇਹ ਕਾਨੂੰਨ ਵਾਪਸ ਲਏ ਜਾਣ, ਤੇ ਸਾਨੂੰ ਉਹਦੀ ਹੋਰ ਸਪੋਰਟ ਕਰਨੀ ਚਾਹੀਦੀ ਸੀ। ਉਹ ਬੀਜੇਪੀ ਵਿੱਚ ਰਹਿ ਕੇ ਜ਼ਿਆਦਾ ਇੰਸਟਰੂਮੈਂਟਲ ਹੈ, ਬਜਾਏ ਅਸੀਂ ਫੋਰਸ ਕਰਕੇ ਉਹਨਾਂ ਨੂੰ ਬੇਸਡ ਕਰਕੇ ਉਹਨਾਂ ਤੋਂ ਰਿਜ਼ਾਈਨ ਦਿਵਾਏ ਗਏ ਨੇ। ਇਹ ਜੀ ਹੋਰ ਕਈ ਚੀਜ਼ਾਂ ਨੇ, ਜਿਸ ਤਰ੍ਹਾਂ ਹੁਣ ਭਾਰਤੀ ਐਮਬੈਸੀ ਦੇ ਬਾਹਰ ਜਦੋਂ ਹੋਏ ਨੇ ਪ੍ਰੋਟੈਸਟ, ਉੱਥੇ ਮਹਾਤਮਾ ਗਾਂਧੀ ਦਾ ਬੁੱਤ ਹੈ ਇੱਕ। ਮੈਂ ਮਹਾਤਮਾ ਗਾਂਧੀ ਦਾ ਫੈਨ ਨਹੀਂ ਹਾਂ, ਮਹਾਤਮਾ ਗਾਂਧੀ ਦੇ ਕਈ ਚੀਜ਼ਾਂ ਨੇ ਜਿਹੜੀਆਂ ਮੈਂ ਸਹਿਮਤ ਨਹੀਂ ਕਰਦਾ, ਖਾਸ ਕਰ ਸਿੱਖੀ ਦੇ ਨਾਲ, ਪਰ ਉਹਦੇ ਬੁੱਤ ਨੂੰ ਜਾ ਕੇ ਕਾਲਾ ਕਰਨਾ, ਉਹ ਮੀਡੀਆ ਵਿੱਚ ਇੱਕ ਜਿਹੜੀ ਇਮੇਜ ਗਈ ਇੰਡੀਆ ਵਿੱਚ, ਉਹ ਬੜੀ ਮਾੜੀ ਸੀ। ਸਾਨੂੰ ਹਮੇਸ਼ਾ ਇਹ ਯਾਦ ਰੱਖਣਾ ਚਾਹੀਦਾ ਕਿ ਸਾਡੇ ਕੋਈ ਐਕਸ਼ਨਸ ਇੱਥੇ ਜਿਹੜੇ ਨੇ, ਉਹ ਇੰਡੀਆ ਵਿੱਚ ਸਾਡੇ ਜਿਹੜੇ 2 ਕਰੋੜ ਤੋਂ ਉੱਪਰ ਸਿੱਖ ਭਰਾ ਨੇ, ਉਹਨਾਂ ਨੂੰ ਉੱਥੇ ਕੋਈ ਉਹਦਾ ਨੈਗੇਟਿਵ ਇੰਪੈਕਟ ਨਾ ਪਵੇ। ਅੱਜ ਕੁਝ ਜਥੇਬੰਦੀਆਂ ਇੱਥੇ ਵਾਈਟ ਹਾਊਸ ਦੇ ਬਾਹਰ ਜਾ ਕੇ ਪ੍ਰੋਟੈਸਟ ਕਰਦੀ ਰਹੀਆਂ। ਮੈਨੂੰ ਦੱਸੋਗੇ ਉੱਥੇ ਕੋਈ ਬਾਈਡਨ ਸਾਹਿਬ ਇੱਕ ਵਾਰੀ ਵੀ ਦਰਵਾਜ਼ੇ ਤੇ ਆਏ ਨੇ? ਕੋਈ ਵਾਈਟ ਹਾਊਸ ਦਾ ਬੰਦੇ ਨੇ ਆ ਕੇ ਉਹਨਾਂ ਕੋਲੋਂ ਕੁਝ ਲਿਆ ਹੈ? ਜਾਂ ਪਰ ਅਸੀਂ ਇੱਕ ਮੈਸੇਜ ਦਿੰਦੇ ਰਹੇ ਹਾਂ ਵਿਚ ਵਾਜ਼ ਐਂਟੀ ਇੰਡੀਆ। ਜਿਹੜੇ ਸਾਡੇ ਕਿਸਾਨ ਵੀ ਉੱਥੇ ਕੰਮ ਕਰ ਰਹੇ ਸੀ, ਮੋਰਚੇ ਲਾਏ ਸੀ, ਉਹ ਭਾਰਤ ਦੇ ਖਿਲਾਫ ਨਹੀਂ ਸੀ, ਉਹ ਭਾਰਤ ਦੇ ਝੰਡੇ ਲੈ ਕੇ ਪ੍ਰੋਟੈਸਟ ਕਰ ਰਹੇ ਸੀ। ਪਰ ਇੱਕ ਬੜੀ ਥਿਨ ਲਾਈਨ ਹੈ, ਜਦੋਂ ਅਸੀਂ ਇੱਥੇ ਉਹ ਲਾਈਨ ਕ੍ਰਾਸ ਕਰ ਜਾਂਦੇ ਹਾਂ, ਸਾਨੂੰ ਪੂਰਾ ਅਧਿਕਾਰ ਹੈ ਅਸੀਂ ਇੰਡੀਅਨ ਐਮਬੈਸੀ ਦੇ ਬਾਹਰ ਜਾ ਕੇ ਪ੍ਰੋਟੈਸਟ ਕਰੀਏ, ਅੰਦਰ ਜਾ ਕੇ ਉਹਨਾਂ ਨੂੰ ਮੈਮੋਰੈਂਡਮ ਦਈਏ, ਉਹਨਾਂ ਦੇ ਉੱਪਰ ਪ੍ਰੈਸ਼ਰ ਪਾਈਏ ਕਿ ਇਹ ਸਾਡੀਆਂ ਮੰਗਾਂ ਨੇ, ਭਾਰਤ ਵਿੱਚ ਤੁਸੀਂ ਇਹਨਾਂ ਨੂੰ ਠੀਕ ਕਰਾਓ। ਪਰ ਉੱਥੇ ਜਾ ਕੇ ਵੈਂਡਲਿਜ਼ਮ ਕਰਨਾ ਜਾਂ ਹੋਰ ਦੂਜੀਆਂ ਸਰਕਾਰਾਂ ਦੇ ਨਾਲ ਮਿਲ ਕੇ ਭਾਰਤ ਦੇ ਖਿਲਾਫ ਪ੍ਰੋਟੈਸਟ ਕਰਨਾ, ਉਹ ਇੱਕ ਬੜੀ ਥਿਨ ਲਾਈਨ ਹੈ ਜਿਹੜੀ ਕਿ ਸਾਨੂੰ ਫਿਊਚਰ ਵਿੱਚ ਬੜਾ ਕੇਅਰਫੁਲ ਰਹਿਣਾ ਪਏਗਾ। ਇਹਦਾ ਹੋਰ ਤੁਹਾਨੂੰ ਮੈਂ ਦੇਣਾ, ਕੁਝ ਇੱਕ ਬੰਦਿਆਂ ਨੇ, ਅਸੀਂ ਸਾਰਿਆਂ ਨੇ ਕਿਸਾਨ ਸਾਡੇ ਜਿਹੜੇ ਉੱਥੇ ਪ੍ਰੋਟੈਸਟ ਚੱਲ ਰਹੇ ਸਨ, ਇੱਥੋਂ ਉਹਨਾਂ ਨੂੰ ਹਰ ਕਿਸਮ ਦੀ ਸਹਾਇਤਾ ਭੇਜੀ। ਅਸੀਂ ਇੱਥੋਂ ਮਾਲੀ ਵੀ ਸਹਾਇਤਾ ਭੇਜੀ ਹੈ, ਅਸੀਂ ਉਹਨਾਂ ਨੂੰ ਹੋਰ ਵੀ ਅਮਦਾਦ ਭੇਜੀਆਂ ਨੇ, ਲੰਗਰ ਦਸਤੇ ਭੇਜੇ ਨੇ। ਪਰ ਜਦੋਂ ਅਸੀਂ ਇਹ ਕਰਦੇ ਹਾਂ, ਸਾਨੂੰ ਲੀਗਲੀ ਇਹ ਵੇਖਣਾ ਚਾਹੀਦਾ ਕਿ ਅਸੀਂ ਕੋਈ ਉਹਨਾਂ ਦੇ ਫੇਰਾ ਲਾਜ਼ ਜਾਂ ਫੋਰਨ ਕਰੰਸੀ FCRA ਦੇ ਲਾਜ਼ ਤੇ ਨਹੀਂ ਅਸੀਂ ਕਰ ਰਹੇ, ਕਿਉਂਕਿ ਹੁਣ ਅਸੀਂ ਇੰਡੀਆ ਦੇ ਸਿਟੀਜ਼ਨ ਨਹੀਂ ਹਾਂ, ਵੀ ਆਰ ਅਮਰੀਕਨ ਸਿਟੀਜ਼ਨਸ। ਮੈਂ ਅਮਰੀਕਨ ਸਿਟੀਜ਼ਨ ਹਾਂ। ਅੱਜ ਮੈਂ ਜੇ ਇੰਡੀਆ ਵਿੱਚ ਕੁਝ ਭੇਜਣਾ ਤੇ ਉਹ ਮੈਨੂੰ ਦੇਖਣਾ ਚਾਹੀਦਾ ਮੈਂ ਕੋਈ ਲਾਅ ਇਸ ਕੰਟਰੀ ਦਾ ਔਰ ਉਸ ਕੰਟਰੀ ਦਾ ਕੋਈ ਲਾਅ ਤੇ ਨਹੀਂ ਬ੍ਰੇਕ ਕਰ ਰਿਹਾ। ਤੇ ਪ੍ਰੋਟੈਸਟ ਵਿੱਚ ਅੱਗੇ ਵੀ ਅਸੀਂ ਬਿਲਕੁਲ ਹਿੱਸੇ ਪਾਵਾਂਗੇ। ਭਾਰਤ ਸਰਕਾਰ ਦੇ ਸਾਡੀ ਸਿੱਖਾਂ ਦੀਆਂ ਕੋਈ ਹੋਰ ਵੀ ਮੰਗਾਂ ਆਉਣਗੀਆਂ, ਉਹਦੇ ਵਿੱਚ ਬਿਲਕੁਲ ਅਸੀਂ ਸ਼ਮੂਲੀਅਤ ਕਰਾਂਗੇ। ਪਰ ਮੇਰਾ ਇਹੀ ਹੈ, ਸਾਰੇ ਜਥੇਬੰਦੀਆਂ ਨੂੰ ਇੱਥੇ ਅਪੀਲ ਹੈ ਕਿ ਇੱਕ ਤਾਂ ਤੁਸੀਂ ਯੂਨਾਈਟ ਹੋ, ਇੱਥੇ ਇਹ ਨਾ ਦੇਖੋ ਵੀ ਇਹ ਕਿਹੜੀ ਪਾਰਟੀ ਦਾ, ਇਹ ਕੀ ਹੈ। ਜੇ ਆਪਣਾ ਕੌਮ ਦੇ ਕਾਜ਼ ਵਾਸਤੇ
ਸਿੱਖ ਪੰਜਾਬੀ ਕਾਜ਼ ਵਾਸਤੇ ਜੇ ਅਸੀਂ ਇਕੱਠੇ ਹਾਂ, ਇੱਕ ਤੇ ਕਰ ਰਹੇ ਹਾਂ, ਤਾਂ ਸਾਨੂੰ ਯੂਨਾਈਟ ਹੋਣਾ ਚਾਹੀਦਾ। ਔਰ ਦੂਜਾ ਜਿਹੜੇ ਸਾਡੇ ਪ੍ਰੋਟੈਸਟ ਨੇ, ਜਿਹੜੀਆਂ ਸਾਡੀਆਂ ਏਡਸ ਅਸੀਂ ਦੇ ਰਹੇ ਹਾਂ, ਉਹ ਸਾਨੂੰ ਇਹ ਦੇਖਣਾ ਚਾਹੀਦਾ ਕਿ ਇਹ ਕਰਨ ਨਾਲ ਸਾਡੀ ਜਥੇਬੰਦੀਆਂ ਤੇ ਕੋਈ ਨੈਗੇਟਿਵ ਇੰਪੈਕਟ ਤੇ ਨਹੀਂ ਪੈ ਰਿਹਾ ਇੰਡੀਆ ਵਿੱਚ। ਇਹ ਮਸਲੇ ਤੇ ਨੇ ਜਿਹੜੇ ਆਪਾਂ ਕਿਸਾਨ ਜਥੇਬੰਦੀਆਂ ਤੋਂ ਬਾਅਦ ਦੇ ਵੇਖੇ ਨੇ, ਜਿਸ ਤਰ੍ਹਾਂ ਪ੍ਰੋਟੈਸਟ ਹੋਏ ਨੇ, ਉਹਨਾਂ ਦੇ ਵਿੱਚ ਕੁਝ ਖਾਮੀਆਂ ਰਹਿ ਗਈਆਂ। ਪਰ ਮੈਂ ਪਿਛਲੇ ਲੰਮੇ ਸਮੇਂ ਤੋਂ ਵੇਖਦਾ ਰਿਹਾ ਕਿ ਜੇ ਗਰਮ ਖਿਆਲੀਏ ਨੇ ਉਹਨਾਂ ਦੇ ਵਿੱਚ, ਕਿਉਂਕਿ ਉਹ ਲੋਕ ਸਾਡੇ ਆਲੇ ਦੁਆਲੇ ਹੀ ਸਾਡੇ ਭਰਾ ਨੇ, ਪਰਿਵਾਰਾਂ ਦੀਆਂ ਸਾਂਝਾਂ ਨੇ, ਉਹਨਾਂ ਦੇ ਵਿੱਚ ਅਸੀਂ ਇੱਕ ਦੂਜੇ ਨਾਲ ਵਿਚਰਦੇ ਵੀ ਰਹੇ ਹਾਂ, ਚਾਹੇ ਉਹ ਗੰਗਾ ਸਿੰਘ ਢਿੱਲੋਂ ਮਰਹੂਮ ਸਾਡੇ ਹੋਣ ਬਜ਼ੁਰਗ, ਜਾਂ ਗੁਰਮੀਤ ਸਿੰਘ ਜੀ ਔਲਖ, ਪਰਮਜੀਤ ਸਿੰਘ ਅਜਰਾਵਤ, ਬਿਲਕੁਲ, ਜਾਂ ਹੁਣ ਮੌਜੂਦਾ ਜਿਹੜੀ ਸਾਡੀ ਗਰਮ ਖਿਆਲੀ ਸਿੱਖ ਲੀਡਰਸ਼ਿਪ ਆ। ਜੇ ਇਹਨਾਂ ਨੂੰ ਵੇਖੀਏ ਤੇ ਬਹੁਤ ਲੰਮਾ ਸਮਾਂ ਮੈਂ ਇਹਨਾਂ ਨੂੰ ਜਦੋਂ ਦੇਖਦਾ ਰਿਹਾ ਤੇ ਇਹਨਾਂ ਨੂੰ ਕਦੀ ਇੱਕ ਪਲੇਟਫਾਰਮ ਦੇ ਉੱਤੇ ਜਾਂ ਇਕੱਠਿਆਂ ਬੈਠਿਆਂ, ਬਲਕਿ ਇਹਨਾਂ ਦੇ ਵਿੱਚ ਬੋਲਚਾਲ ਦੀ ਵੀ ਜਿਹੜੀ ਸਮੱਸਿਆ ਸੀ ਬੜੀ ਵੱਡੀ ਆਪੋ ਵਿੱਚ ਨਹੀਂ ਸੀ ਹੈਗੀ। ਜੇ ਵਿਚਾਰਧਾਰਕ ਵਖਰੇਵੇਂ ਮੋਡਰੇਟ ਤੇ ਗਰਮ ਖਿਆਲੀਆਂ ਦੇ ਹੋ ਸਕਦੇ ਨੇ, ਤੇ ਕਿਸੇ ਨਾ ਕਿਸੇ ਪਲੇਟਫਾਰਮ ਤੇ ਸਾਨੂੰ ਆਪਣੀਆਂ ਇਹਨਾਂ ਇਸ਼ੂਜ਼ ਦੇ ਉੱਤੇ ਇਕੱਠਿਆਂ ਹੋਣਾ ਚਾਹੀਦਾ ਹੈ। ਫਿਲਹਾਲ ਆਪਾਂ ਜੇ ਇਸ ਗੱਲ ਨੂੰ ਇੱਥੇ ਹੀ ਛੱਡ ਦਈਏ, ਮੈਂ ਇਹ ਵੇਖਿਆ ਜਿਹੜੀ ਤੁਸੀਂ ਇਹ ਗੱਲ ਕੀਤੀ ਸੀ ਕਿ ਰਿਪਬਲਿਕਨ ਹੋਈਏ ਜਾਂ ਡੈਮੋਕ੍ਰੇਟ, ਸਾਨੂੰ ਕੋਈ ਬਾਹਰੋਂ ਕ੍ਰਿਟੀਸਾਈਜ਼ ਨਹੀਂ ਕਰਦਾ, ਸਿੱਖ ਹੀ ਸਿੱਖਾਂ ਨੂੰ ਕ੍ਰਿਟੀਸਾਈਜ਼ ਕਰਦੇ ਨੇ। ਇਹਦੇ ਰੋਕਣ ਲਈ ਸਾਡੇ ਕੋਲ ਕਿਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਨੇ? ਕਿਸੇ ਪਲੇਟਫਾਰਮ ਤੇ ਕੋਈ ਅਸੀਂ ਇਸ ਤਰ੍ਹਾਂ ਦੇ ਆਪਣੇ ਯੂਥ ਤੇ ਉਂਝ ਸਾਡੇ ਨਾਲੋਂ ਇਹ ਵੇਖ ਕੇ ਟੁੱਟ ਰਿਹਾ ਕਿ ਇਹ ਆਪੋ ਵਿੱਚ ਇੰਨਾ ਇੱਕ ਦੂਜੇ ਨੂੰ ਕ੍ਰਿਟੀਸਾਈਜ਼ ਕਰਦੇ ਨੇ, ਇਹਨਾਂ ਦੇ ਵਿੱਚ ਤੁਰਨ ਦੀ ਲੋੜ ਕੋਈ ਨਹੀਂ ਗੀ। ਸੋ ਵਾਟ ਵੀ ਸ਼ੁੱਡ ਡੂ ਦੈਟ? ਮੇਰੇ ਹਿਸਾਬ ਨਾਲ ਤਾਂ ਸਾਨੂੰ ਸਭ ਤੋਂ ਪਹਿਲਾਂ ਇੱਕ ਯੂਨਾਈਟ ਹੋ ਕੇ, ਇੱਕ ਮੈਂ ਸਮਝਦਾ ਨਾਰਥ ਅਮਰੀਕਾ ਵਿੱਚ ਵਰਲਡ ਸਿੱਖ ਕਾਨਫਰੰਸ, ਪੰਜਾਬੀ ਕਾਨਫਰੰਸ ਦੀ ਲੋੜ ਹੈ, ਜਿੱਥੇ ਕਿ ਸਾਰੀ ਲੀਡਰਸ਼ਿਪ ਜਿਹੜੀ ਨਾਰਥ ਅਮਰੀਕਾ ਦੀ, ਇਨਕਲੂਡਿੰਗ UK, ਪੂਰੀ ਦੁਨੀਆ ਦੀ ਲੀਡਰਸ਼ਿਪ ਜਿਹੜੀ ਇੰਡੀਆ ਤੋਂ ਬਾਹਰ ਰਹਿ ਰਹੀ ਹੈ, ਉਹ ਇਕੱਠੇ ਹੋਣ ਔਰ ਇੱਕ ਉੱਥੇ ਵਿਚਾਰਾਂ ਕੀਤੀਆਂ ਜਾਣ ਕਿ ਅੱਜ ਦੀ ਹਾਲਾਤ ਵਿੱਚ ਸਿੱਖਾਂ ਦੀ ਭਾਰਤ ਵਿੱਚ ਔਰ ਭਾਰਤ ਤੋਂ ਬਾਹਰ ਕੀ ਮੁਸ਼ਕਲਾਂ ਨੇ ਜਿਹੜੀ ਰੀਅਲਿਸਟਿਕ ਨੇ। ਖਾਲਿਸਤਾਨ ਮੇਰੇ ਹਿਸਾਬ ਨਾਲ ਇਸ ਵੇਲੇ ਸਾਡਾ ਇਮੀਡੀਏਟ ਇਸ਼ੂ ਨਹੀਂ ਹੈਗਾ। ਖਾਲਿਸਤਾਨ ਦੀ ਲਹਿਰ ਚੱਲੀ ਸੀ 80s ਵਿੱਚ, 90s ਵਿੱਚ, ਤੇ ਉਹ ਅਸੀਂ ਉਹਦੇ ਅੰਜਾਮ ਦੇਖੇ ਨੇ ਕਿ ਇੰਡੀਆ ਵਿੱਚ ਹੁਣ ਸਾਡੀ ਜਿਹੜੀ ਇੰਡੀਆ ਦੇ ਜਿਹੜੇ ਸਿੱਖ ਨੇ, ਉਹ ਇੱਕ ਹੋਰ ਉਹਨਾਂ ਦਾ ਇਸ਼ੂਜ਼ ਨੇ, ਉਹਨਾਂ ਦੇ ਹੋਰ ਜਿਹੜੀ ਮੇਨ ਸਟ੍ਰੀਮ ਸਿੱਖ ਨੇ, ਅਸੀਂ ਉਹਨਾਂ ਨੂੰ ਸਮਝੀ ਵੀ ਉਹਨਾਂ ਨੂੰ ਹੁਣ ਕੀ ਚਾਹੀਦਾ ਹੈ। ਇੱਥੇ ਜਿਹੜੇ ਅਸੀਂ ਰਹਿ ਰਹੇ ਹਾਂ ਬਾਹਰ, ਜਿਹੜੇ ਸਿੱਖ, ਅਸੀਂ ਭਾਵੇਂ ਕਹੀਏ ਵੀ ਸਾਡਾ ਹੋਮਲੈਂਡ ਹੋਏ, ਪਰ ਉੱਥੇ ਦੇ ਸਿੱਖ ਕੀ ਚਾਹੁੰਦੇ ਨੇ, ਕਿਉਂਕਿ ਅਸੀਂ ਉਹਨਾਂ ਵਾਸਤੇ ਕਰ ਰਹੇ, ਉਹਨਾਂ ਦੀ ਕਈ ਇਸ਼ੂਜ਼ ਨੇ, ਕਈ ਮਸਲੇ ਨੇ। ਬਾਹਰ ਜਿਹੜੇ ਸਿੱਖ ਅਸੀਂ ਰਹਿ ਰਹੇ ਹਾਂ, ਸਾਡੇ ਵੀ ਕਈ ਮਸਲੇ ਨੇ ਇੱਥੇ। ਉਹਨਾਂ ਦੇ ਉੱਪਰ ਇੱਕ ਕਾਨਫਰੰਸ ਕਰਕੇ, ਇੱਕ ਵਿਚਾਰ ਕਰਕੇ, ਉੱਥੋਂ ਜਿਹੜੇ ਆਈਡੀਆਜ਼ ਨਏ ਕੱਢ ਕੇ ਯੂਨਾਈਟਿਡ ਹੋ ਕੇ ਜੀ ਉੱਥੋਂ ਫਿਰ ਸਾਡੀ ਸਿੱਖ ਮੂਵਮੈਂਟ ਚੱਲਣੀ ਚਾਹੀਦੀ ਹੈ। ਐਂਡ ਉਹ ਸਿੱਖ ਕਾਜ਼ ਪੰਜਾਬੀਅਤ ਵਾਸਤੇ, ਸਿੱਖੀ ਦੀ ਪ੍ਰਮੋਸ਼ਨ ਵਾਸਤੇ ਉੱਥੋਂ ਨਿਕਲਣਾ ਚਾਹੀਦਾ। ਆਈ ਥਿੰਕ ਵੀ ਨੀਡ ਟੂ ਰਿਫਲੈਕਸ਼ਨ ਬੈਕ। ਜਿਹੜੀ ਤੁਸੀਂ ਦੱਸੀਆਂ ਪਹਿਲੇ ਗੁਰਮੀਤ ਔਲਖ ਸੀ, ਗੰਗਾ ਸਿੰਘ ਢਿੱਲੋਂ ਸੀ, ਅਜਰਾਵਤ ਜੀ ਸੀ, ਡਾਕਟਰ ਅਮਰਜੀਤ, ਡਾਕਟਰ ਅਮਰਜੀਤ, ਇਹ ਕਦੀ ਵੀ ਇੱਕ ਪਲੇਟਫਾਰਮ ਤੇ ਨਹੀਂ ਆ ਸਕੇ। ਔਰ ਇਹਨਾਂ ਦੀ ਜਿਹੜੀ ਹੁਣ ਫਿਲਾਸਫੀ ਹੈ ਉਹ ਕਾਫੀ ਦੂਰ ਚਲੀ ਗਈਆਂ ਨੇ ਮੇਨ ਸਟ੍ਰੀਮ ਤੋਂ। ਕਈ ਇੱਥੇ ਮੈਂ ਵੇਖ ਰਿਹਾ ਹੁਣ, ਜਿਸ ਤਰ੍ਹਾਂ ਰੈਫਰੈਂਡਮ 2020 ਆਇਆ ਸੀ, ਅੱਜ 22 ਹੋ ਗਈ ਹੈ। ਮਤਲਬ ਇਹ ਆਪਣੇ ਆਪ 'ਚ ਦਰਸਾ ਰਿਹਾ ਹੈ ਕਿ ਇਹ ਸਿੱਖ ਕੌਮ ਦੀਆਂ ਪ੍ਰਾਇਓਰਿਟੀਜ਼ ਨਹੀਂ ਨੇ ਹੁਣ, ਕਿਉਂਕਿ ਇਹ ਸਕਸੈਸ ਨਹੀਂ ਹੋ ਸਕੀ, ਕਿਉਂਕਿ ਜਿਹੜੀ ਮੈਜੋਰਿਟੀ ਸਿੱਖ ਕਮਿਊਨਿਟੀ ਹੈ ਇਸ ਮੁੱਦੇ ਦੇ ਨਾਲ ਨਹੀਂ ਹੈ। ਤੇ ਸਾਨੂੰ ਵੀ ਆਪਣੀ ਕਮਿਊਨਿਟੀ ਨੂੰ ਹੁਣ ਇੱਕ ਯੂਨਾਈਟ ਹੋ ਕੇ, ਇਹ ਮੈਂ ਨਹੀਂ ਕਹਿ ਰਿਹਾ ਕਿ ਕਿਸੇ ਨੂੰ ਅਸੀਂ ਡਾਊਨ ਕਰਨਾ ਹੈ ਜਾਂ ਕਿਸੇ ਨੂੰ ਦੇ ਖਿਲਾਫ ਬੋਲ ਰਹੇ ਹਾਂ, ਅਸੀਂ ਯੂਨਾਈਟ ਹੋ ਕੇ ਰੀਅਲਿਸਟਿਕਲੀ ਵੇਖੀਏ ਕਿ ਸਾਡੀ ਕੌਮ ਨੂੰ ਭਾਰਤ ਵਿੱਚ ਇਸ ਵੇਲੇ ਕਿਸ ਚੀਜ਼ ਦੀ ਲੋੜ ਹੈ, ਕੀ ਉੱਥੇ ਹੋ ਰਿਹਾ ਹੈ, ਬਾਹਰ ਜਿਹੜੀ ਸਿੱਖ ਕਮਿਊਨਿਟੀ ਹੈ ਉਹਨਾਂ ਨੂੰ ਕੀ ਲੋੜ ਹੈ, ਉਹਦੇ ਉੱਪਰ ਇੱਕ ਵੱਡੀ ਡਿਸਕਸ਼ਨ ਕਰਕੇ ਔਰ ਅਸੀਂ ਇਹਨੂੰ ਉੱਥੇ ਯੂਨਾਈਟ ਹੋ ਕੇ ਤੇ ਅੱਗੇ ਵਧੀਏ। ਜਿਵੇਂ ਸਿੱਖ ਆਪਣੇ ਮਸਲਿਆਂ ਨੂੰ ਵਿਚਾਰਨ ਲਈ ਸਰਬੱਤ ਖਾਲਸਾ ਕਰਦੇ ਰਹੇ ਨੇ, ਜੈਸੀ ਹੋਰਾਂ ਦਾ ਇੱਕ ਆਈਡੀਆ ਕਿ ਇਸ ਤਰ੍ਹਾਂ ਦੀ ਵਰਲਡ ਪੰਜਾਬੀ ਜਾਂ ਵਰਲਡ ਸਿੱਖ ਕਾਨਫਰੰਸ ਕਰਕੇ ਇਹਦੇ ਬਾਰੇ ਗੱਲ ਅੱਗੇ ਤੋਰਨੀ ਚਾਹੀਦੀ ਆ। ਮਸਲੇ ਹੋਰ ਵੀ ਨੇ, ਪੁਆਇੰਟ ਮੇਰੇ ਜ਼ਿਹਨ ਦੇ ਵਿੱਚ ਕੁਝ ਹੋਰ ਵੀ ਨੇ ਜੋ ਤੁਹਾਡੇ ਜ਼ਿਹਨ 'ਚ ਵੀ ਆਉਣਗੇ, ਉਹ ਵੀ ਡਿਸਕਸ ਕਰਦੇ ਹਾਂ, ਪਰ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਗੱਲ ਚੱਲ ਰਹੀ ਹੈ ਜਸਦੀਪ ਸਿੰਘ ਜੈਸੀ ਹੋਰਾਂ ਨਾਲ। ਜੈਸੀ ਜੀ, ਆਪਾਂ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਸਾਰੀ ਗੱਲ ਕੀਤੀ ਆ ਕਿ ਸਾਡੀ ਸਿੱਖ ਜਿਹੜੀ ਲੀਡਰਸ਼ਿਪ ਆ ਉਹ ਕਿਸ ਤਰ੍ਹਾਂ ਦੀ ਸੇਧ ਦੇ ਰਹੀ ਆ, ਔਰ ਮੈਂ ਸਮਝਦਾ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਕਿ ਸਿੱਖ
ਚਾਹੇ ਗਰਮ ਖਿਆਲੀਏ ਹੋਣ ਚਾਹੇ ਮੋਡਰੇਟ ਹੋਣ, ਆਪਣੀ ਸਿੱਖ ਲੀਡਰਸ਼ਿਪ ਉਭਾਰ ਨਹੀਂ ਸਕੇ। ਦੂਜਾ ਮੈਂ ਇੱਕ ਇਹ ਚੀਜ਼ ਵੇਖਦਾ ਪਿਆ ਆ, ਵਰਜੀਨੀਆ ਦੀਆਂ ਪਿੱਛੇ ਇਲੈਕਸ਼ਨਸ ਹੋਈਆਂ ਨੇ ਜਾਂ ਇੱਥੋਂ ਦੀਆਂ ਇਲੈਕਸ਼ਨਸ ਦੇਖੀਆਂ ਨੇ ਅਸੀਂ, ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਹੋਈਆਂ ਨੇ, ਉਹਨਾਂ ਦੇ ਵਿੱਚ ਤੁਸੀਂ ਕਾਫੀ ਐਕਟਿਵ ਰਹੇ ਹੋ, ਹੋਰ ਵੀ ਕਈ ਭੈਣ ਭਰਾ ਰਹੇ ਨੇ, ਪਰ ਉਹਨਾਂ ਇਲੈਕਸ਼ਨਸ ਤੋਂ ਬਾਅਦ ਸਾਡਾ ਆਮ ਸਿੱਖ ਜਿਹੜਾ, ਸਵਾਏ ਚੰਦ ਸਿੱਖ ਛੱਡ ਦਈਏ, ਆਮ ਸਿੱਖ ਜਿਹੜਾ ਆ ਉਹਨੂੰ ਪੰਜਾਬ ਦੀ ਸਿਆਸਤ ਦਾ ਫਿਕਰ ਹੋਵੇਗਾ, ਉਹਨੂੰ ਬੰਗਾਲ ਦੀ ਸਿਆਸਤ ਦਾ ਵਿੱਚ ਫਿਕਰ ਹੋਵੇਗਾ ਕਿ ਮੋਦੀ ਨੂੰ ਜ਼ਰੂਰ ਉੱਥੇ ਹਰਾਉਣਾ, ਪਰ ਉਹਨਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਸਾਡਾ ਇੱਥੇ ਲੋਕਲ MLA ਕਿਹੜਾ, ਸਾਡਾ ਇੱਥੇ MP ਕੌਣ ਆ। ਜੇ ਕੱਲ੍ਹ ਨੂੰ ਕਿਤੇ ਲੋੜ ਪੈ ਜਾਵੇ ਤਾਂ ਉਹਨਾਂ ਨੂੰ ਆਪਣੇ ਕਿਸੇ ਪੁਲਿਸ ਅਫਸਰ ਦਾ ਇਹ ਵੀ ਨਹੀਂ ਪਤਾ ਹੁੰਦਾ ਵੀ ਸਾਡਾ ਥਾਣਾ ਕਿਹੜਾ ਹੈ ਲੋਕਲ ਲੈਵਲ 'ਤੇ। ਇਹਦੇ ਲਈ ਕੀ ਕਰਨਾ ਚਾਹੀਦਾ ਸਾਨੂੰ? ਇਹਦੇ ਲਈ ਜਿਵੇਂ ਮੈਂ ਪਹਿਲਾਂ ਵੀ ਦੱਸਿਆ, ਕਈ ਵਾਰੀ ਮੈਂ ਕਹਿ ਚੁੱਕਾ ਕਿ ਸਾਡੀ ਕਮਿਊਨਿਟੀ ਨੂੰ ਯੂਨਾਈਟ ਹੋਣ ਦੀ ਲੋੜ ਹੈ ਔਰ ਇੱਕ ਸੋਚ ਬਦਲਣੀ ਪਏਗੀ। ਤੁਸੀਂ ਬਿਲਕੁਲ ਕਿਹਾ, ਇੱਥੇ ਸਾਨੂੰ ਸਾਡੀ ਕਮਿਊਨਿਟੀ ਨੂੰ ਇਹ ਨਹੀਂ ਪਤਾ ਹੁੰਦਾ ਕਿ ਸਾਡਾ ਇੱਥੇ ਕਾਂਗਰਸਮੈਨ ਕੌਣ ਹੈ, ਸੈਨੇਟਰ ਕੌਣ ਹੈ, ਲੋਕਲ ਡੈਲੀਗੇਟ ਕੌਣ ਹੈ, ਪਰ ਪੰਜਾਬ ਵਿੱਚ ਜਿਹੜਾ ਸਾਡੇ ਪਿੰਡ ਦਾ ਪਟਵਾਰੀ ਉਹਦਾ ਵੀ ਨਾਂ ਪਤਾ ਹੁੰਦਾ ਹੈ, ਜਿਹੜਾ ਥਾਣੇ ਦਾ ਇੰਸਪੈਕਟਰ, ਸਬ ਇੰਸਪੈਕਟਰ, ਉਹ ਵੀ ਪਤਾ ਹੁੰਦਾ ਹੈ। ਤੇ ਸਾਡਾ ਜਿਹੜਾ ਕਮਿਊਨਿਟੀ ਹੈ ਮੋਰ ਇੰਟਰਸਟਿਡ ਬੈਕ ਹੋਮ, ਜਿਹੜੀ ਅਕਾਲੀ ਦਲ ਕੀ ਕਰ ਰਿਹਾ ਤੇ ਕਾਂਗਰਸ ਪਾਰਟੀ ਕੀ ਕਰ ਰਹੀ ਹੈ ਤੇ ਆਮ ਆਦਮੀ ਪਾਰਟੀ ਕੀ ਕਰ ਰਹੀ ਹੈ, ਉਹ ਵੀ ਜ਼ਰੂਰੀ ਹੈ। ਮੈਂ ਕਹਿੰਦਾ ਉਹ ਵੀ ਜ਼ਰੂਰੀ ਹੈ, ਉਹ ਵੀ ਕਰਨਾ ਚਾਹੀਦਾ ਹੈ, ਪਰ ਨਾਲ ਹੀ ਸਾਨੂੰ ਆਪ ਨੂੰ, ਔਰ ਸਭ ਤੋਂ ਵੱਡੀ ਗੱਲ ਹੈ ਕਿ ਆਪਣੀ ਪਨੀਰੀ ਜਿਹੜੀ ਅੱਗੇ ਬੱਚੇ ਆ ਰਹੇ ਨੇ ਉਹਨਾਂ ਨੂੰ ਅਮਰੀਕਾ ਦੀ ਪੋਲਿਟਿਕਸ ਵਿੱਚ ਪਾਓ। ਔਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਐਜੂਕੇਸ਼ਨ। ਅਸੀਂ ਇੱਥੇ ਸਾਰੇ ਆਉਂਦੇ ਹਾਂ ਡਾਲਰ ਕਮਾਉਣ, ਅਸੀਂ ਆ ਕੇ ਇੱਥੇ ਕੰਮ ਕਰਨੇ ਆ, ਓਵਰ ਟਾਈਮ ਕਰ ਰਹੇ ਹਾਂ, ਡਬਲ ਸ਼ਿਫਟਾਂ ਲਾ ਰਹੇ ਹਾਂ, ਪਰ ਮੈਨੂੰ ਇਹ ਕਾਫੀ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਸਾਡੀ ਕਮਿਊਨਿਟੀ ਦੀ ਜਿਹੜੀ ਨੈਕਸਟ ਜਨਰੇਸ਼ਨ ਹੈ ਉਹਨਾਂ ਨੂੰ ਅਸੀਂ ਪ੍ਰੋਪਰ ਐਜੂਕੇਸ਼ਨ ਨਹੀਂ ਦੇ ਪਾ ਰਹੇ ਹਾਂ। ਅਸੀਂ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਦਈਏ, ਉਹਨਾਂ ਨੂੰ ਅਸੀਂ ਸਿਰਫ ਇਹ ਨਾ ਕਹੀਏ ਵੀ ਉਹ ਡਾਕਟਰ ਬਣ ਰਿਹਾ ਜਾਂ ਉਹ IT ਵਿੱਚ ਜਾ ਰਿਹਾ, ਹੋਰ ਵੀ ਕਈ ਫੀਲਡ ਨੇ, ਵਕਾਲਤ ਵਿੱਚ ਜਾਣ, ਪੋਲੀਟਿਕਸ ਵਿੱਚ ਆਉਣ, ਕਾਲਜ ਡਿਗਰੀਆਂ ਲੈਣ, ਬਜਾਏ ਇਹਦੇ ਕਿ ਮੈਂ ਕਿਸੇ ਪ੍ਰੋਫੈਸ਼ਨ ਨੂੰ ਮਾੜਾ ਨਹੀਂ ਕਹਿ ਰਿਹਾ, ਬਟ ਐਜੂਕੇਸ਼ਨ ਇਜ਼ ਅ ਮਸਟ। ਤੁਸੀਂ ਮੈਂ ਕਹਿੰਦਾ ਐਜੂਕੇਸ਼ਨ ਲੈ ਕੇ ਭਾਵੇਂ ਉਸ ਤੋਂ ਬਾਅਦ ਵੀ ਉਬਰ ਚਲਾ ਲਓ, ਕੋਈ ਮਾੜ ਨਹੀਂ ਉਹਦੇ ਵਿੱਚ, ਪਰ ਆਪਣੇ ਬੱਚਿਆਂ ਨੂੰ ਪਹਿਲਾਂ ਐਜੂਕੇਸ਼ਨ, ਐਟਲੀਸਟ ਕਾਲਜ ਡਿਗਰੀ, ਮਾਸਟਰਸ ਡਿਗਰੀ ਬਹੁਤ ਜ਼ਰੂਰੀ ਹੈ। ਤਾਂ ਹੀ ਇਹ ਸਾਡੀ ਕੌਮ ਉੱਪਰ ਆਏਗੀ, ਤਾਂ ਹੀ ਉਹਨਾਂ ਜਿਹੜੀ ਨੈਕਸਟ ਜਨਰੇਸ਼ਨ ਹੈ ਉਹਦਾ ਵਿਜ਼ਨ ਇਸ ਪਾਸੇ ਲਾਓ, ਪੋਲੀਟਿਕਸ ਵੱਲ ਲਾਓ, ਤਾਂ ਕਿ ਉਹ ਸਾਡੀ ਨਵੀਂ ਪਨੀਰੀ ਜਿਹੜੀ ਹੈ ਉਹ ਅੱਗੇ ਆ ਸਕੇ। ਸਿੱਖ ਹਿਰਦੇ ਬੇਅਦਬੀਆਂ ਦੇ ਨਾਲ ਬਹੁਤ ਦੁਖੀ ਸੀ। ਲੰਮਾ ਸਮਾਂ ਬੇਅਦਬੀਆਂ ਦਾ ਮੁੱਦਾ ਪੰਜਾਬ ਤੇ ਪੰਜਾਬ ਦੀ ਬਾਹਰਲੀ ਰਾਜਨੀਤੀ ਦੇ ਵਿੱਚ ਗਰਮਾਇਆ ਰਿਹਾ ਹੈ। 26 ਜਨਵਰੀ ਸਾਲ ਸ਼ੁਰੂ ਹੁੰਦਿਆਂ ਹੀ ਜੋ ਘਟਨਾ ਲਾਲ ਕਿਲੇ ਤੇ ਵਾਪਰੀ, ਉਹਨੇ ਸਿੱਖ ਸਿਆਸਤ ਜਾਂ ਖਾਸ ਕਰਕੇ ਕਿਸਾਨ ਮੋਰਚੇ ਨੂੰ ਬੜੀ ਵੱਡੀ ਢਾਹ ਲੱਗਣ ਲੱਗੀ ਸੀ, ਪਰ ਕਿਸੇ ਤਰ੍ਹਾਂ ਨਾਲ ਟਕੈਤ ਸਾਹਿਬ ਤੇ ਉਹ ਜਥੇਬੰਦੀਆਂ ਨੂੰ ਸਾਂਭ ਗਈਆਂ। ਪਰ ਹੁਣ ਤੁਸੀਂ ਦੇਖਦੇ ਪਏ ਹੋ ਕਿ ਸਾਲ ਗੁਜ਼ਰ ਰਿਹਾ, ਬੇਅਦਬੀਆਂ ਘਟਣ ਦੀ ਥਾਂ ਤੇ ਜਾਂ ਉਹਨਾਂ ਦੀ ਪੜਤਾਲ ਹੋਣ ਦੀ ਥਾਂ ਤੇ ਹੋਰ ਵੱਧ ਗਈਆਂ ਨੇ। ਇਹਦਾ ਐਸ ਜਾਂਦੇ ਹੋਏ ਸਾਲ ਦੇ ਵਿੱਚ ਸਾਨੂੰ ਕਿਵੇਂ ਸੋਚਣਾ ਚਾਹੀਦਾ ਹੈ? ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਾਂਗਾ, ਤੁਹਾਡੇ ਮੀਡੀਅਮ ਦੇ ਰਾਹੀਂ ਸਾਰੀ ਸਿੱਖ ਸੰਗਤ ਨੂੰ ਅਪੀਲ ਕਰਾਂਗਾ ਕਿ ਇਸ ਵੇਲੇ ਸ਼ਾਂਤੀ ਬਣਾ ਕੇ ਰੱਖੀ ਜਾਏ। ਇਸ ਪੂਰੀ ਘਟਨਾ ਨੂੰ ਇੱਕ ਐਨਾਲਿਸਿਸ ਦੇ ਜ਼ਰੀਏ ਨਾਲ ਵੇਖਿਆ ਜਾਏ ਕਿ ਜਦੋਂ ਬਰਗਾੜੀ ਕਾਂਡ ਹੋਇਆ ਸੀ ਉਹ ਵੀ ਇਲੈਕਸ਼ਨਾਂ ਤੋਂ ਪਹਿਲਾਂ ਹੋਇਆ ਸੀ ਜੀ, ਔਰ ਉਹਦਾ ਵੀ ਇਲੈਕਸ਼ਨ 'ਤੇ ਇੰਪੈਕਟ ਪਿਆ ਸੀ। ਉਸ ਤੋਂ ਬਾਅਦ ਜਿਹੜਾ 26 ਜਨਵਰੀ ਦਾ ਤੁਸੀਂ ਇਨਸੀਡੈਂਟ ਦੇਖਿਆ ਜੀ, ਉਹਦੇ ਵਿੱਚ ਉਹ ਸਾਡੀ ਨਾਦਾਨੀਆਂ ਸਨ, ਸਾਡੇ ਯੂਥ ਦੀ ਕਹਿ ਲਓ ਜਾਂ ਇੱਕ ਕਿਸਮ ਦਾ ਇੱਕ ਧੜੇ ਦੀ ਨਾਦਾਨੀਆਂ ਸਨ, ਜਿਹਦਾ ਕਿ ਸੈਂਟਰ ਗਵਰਨਮੈਂਟ ਫਾਇਦਾ ਚੁੱਕ ਗਈ ਸੀ। ਉਹਨਾਂ ਨੇ ਕੁਝ ਵੀ ਨਹੀਂ ਕੀਤਾ, ਉਹਨਾਂ ਨੇ ਆਪਣੀ ਪੁਲਿਸ ਨੂੰ ਕਿਹਾ ਜਿੱਧਰ ਜਾਂਦੇ ਨੇ ਜਾਣ ਦਿਓ, ਤੇ ਅਸੀਂ ਪਹੁੰਚ ਗਏ ਲਾਲ ਕਿਲੇ, ਤੇ ਉੱਥੇ ਜੋ ਵੀ ਹੋਇਆ ਫਿਰ ਅਸੀਂ ਸਾਰਿਆਂ ਨੇ ਵੇਖਿਆ। ਔਰ ਉਹਦਾ ਜਿਸ ਤਰ੍ਹਾਂ ਮੈਂ ਪਹਿਲੇ ਵੀ ਮੈਂਸ਼ਨ ਕੀਤਾ ਕਿ ਇੱਥੇ ਜਿਹੜੀ ਜਥੇਬੰਦੀਆਂ ਨੇ ਉਹ ਕੀ ਕਹਿੰਦੀਆਂ ਨੇ, ਉਹਦਾ ਉੱਥੇ ਕੀ ਰਿਐਕਸ਼ਨ ਹੁੰਦਾ ਹੈ। ਉਹ 26 ਜਨਵਰੀ ਉਹਦਾ ਇੱਕ ਰਿਐਕਸ਼ਨ ਸੀ, ਜਦੋਂ ਇੱਥੋਂ ਐਲਾਨ ਕੀਤੇ ਗਏ ਸੀ ਕਿ ਜਿਹੜਾ ਉੱਥੇ ਨਿਸ਼ਾਨ ਸਾਹਿਬ ਚੜ੍ਹਾ ਦੇਗਾ ਉਹਨੂੰ ਅਸੀਂ $1 ਲੱਖ ਦਿਆਂਗੇ, $2 ਲੱਖ ਦਿਆਂਗੇ। ਕਿੱਥੇ ਗਏ ਉਹ ਡਾਲਰ? ਜਿਨ੍ਹਾਂ ਨੇ ਚੜਾਏ ਸੀ ਉਹਦੇ ਵਿਚਾਰੇ ਜੇਲ੍ਹ 'ਚ ਨੇ। ਤੇ ਉਹ ਸੈਂਟਰ ਗਵਰਨਮੈਂਟ ਨੇ ਇੱਕ ਬੜੀ ਵੱਡੀ ਚਾਲ ਖੇਲੀ, ਉਹਨਾਂ ਨੇ ਰਸਤੇ ਖੋਲ੍ਹਤੇ, ਤੇ ਅਸੀਂ ਆਪ ਹੀ ਨਾਦਾਨੀਆਂ ਕਰਕੇ ਉੱਥੇ ਜੋ ਕੁਝ ਹੋਇਆ, ਸਾਡਾ ਮੋਰਚਾ ਬਿਲਕੁਲ ਖਤਮ ਹੋ ਚੁੱਕਿਆ ਸੀ। ਉਹ ਤੇ ਮੈਂ ਕਹਿੰਦਾ ਜਿਸ ਤਰ੍ਹਾਂ ਤੁਸੀਂ ਕਿਹਾ ਟਕੈਤ ਸਾਹਿਬ ਨੇ ਆ ਕੇ ਨੈਸ਼ਨਲ TV ਤੇ ਜਿਹੜੇ ਉਹਨਾਂ ਦੇ ਇਮੋਸ਼ਨ ਸਾਹਮਣੇ ਆਏ, ਉਸ ਤੋਂ ਬਾਅਦ ਉਹ ਫਿਰ ਤੋਂ ਜ਼ੋਰ ਪਕੜ ਲਿਆ। ਵਾਹਿਗੁਰੂ ਦੀ ਮਿਹਰ ਹੋਈ ਤੇ ਸਾਡੇ ਕਿਸਾਨ ਭਰਾਵਾਂ ਦਾ ਮੋਰਚਾ ਫਿਰ ਚੱਲ ਪਿਆ। ਹਾਲਾਂਕਿ ਉਹਦੇ ਵਿੱਚ ਸਿਆਸਤਦਾਨਾਂ ਦੀ ਜਾਂ ਇੱਥੇ ਦੇ ਜਿਹੜੇ ਸਿਆਸਤਦਾਨ ਨੇ ਇਹਨਾਂ ਦੀ ਕੋਈ ਕਮੀ ਨਹੀਂ ਸੀ ਉਹਨੂੰ ਖਤਮ ਕਰਨ 'ਚ। ਕੋਈ ਹੁਣ ਸਾਡੇ ਨਾਲ ਇਹ ਫਿਰ ਖੇਡਾਂ ਖੇਡੀਆਂ ਜਾ ਰਹੀਆਂ ਨੇ
ਕਿ ਇਹ ਸਾਡੀ ਜਿਹੜੀ ਲੋਕਲ ਪੰਜਾਬ ਦੀ ਪੋਲਿਟਿਕਸ ਨੇ, ਲੋਕਲ ਜਿਹੜੀ ਪੰਜਾਬ ਦੀ ਪੋਲੀਟੀਕਲ ਪਾਰਟੀਆਂ ਨੇ, ਇਹ ਗੇਮਾਂ ਖੇਡ ਰਹੀਆਂ ਨੇ। ਪਰ ਮੈਂ ਪੰਜਾਬ ਦੇ ਆਵਾਮ ਨੂੰ ਕਹਾਂਗਾ ਪਲੀਜ਼ ਸਤਰਕ ਰਹੋ, ਕਿਉਂਕਿ ਸੈਂਟਰ ਦੀ ਅੱਖ ਜੇ ਪੰਜਾਬ ਦੇ ਉੱਪਰ। ਸੈਂਟਰ ਚਾਹੁੰਦਾ ਹੈ ਕਿ ਤੁਸੀਂ ਉੱਥੇ ਇਹ ਜਿਹੇ ਹਾਲਾਤ ਵਿਗਾੜੋ, ਇਹ ਜਿਹੇ ਹਾਲਾਤ ਹੋਣ ਤਾਂ ਕਿ ਉਹ ਆ ਕੇ ਉੱਥੇ ਪ੍ਰੈਜ਼ੀਡੈਂਟ ਰੂਲ ਲਾ ਦੇਣ। ਤੇ ਮੈਂ ਇਸ ਵਾਰੀ ਇਹ ਕਹਿਣਾ ਚਾਹਾਂਗਾ ਆਪਣੇ ਸਾਰੇ ਪੰਜਾਬ ਦੇ ਭਰਾਵਾਂ ਭੈਣਾਂ ਨੂੰ ਕਿ ਸੋਚ ਸਮਝ ਕੇ ਉਹਨਾਂ ਲੀਡਰਾਂ ਨੂੰ ਤੁਸੀਂ ਸਪੋਰਟ ਕਰੋ ਜਿਹੜਾ ਸਿੱਖੀ ਵਾਸਤੇ, ਜਿਹੜਾ ਪੰਜਾਬ ਵਾਸਤੇ, ਪੰਜਾਬੀਅਤ ਵਾਸਤੇ ਕੰਮ ਕਰ ਰਹੇ ਨੇ। ਯੁੱਗ ਬਦਲ ਰਿਹਾ ਹੈ, ਯੂਥ ਨੂੰ ਨਵੀਂ ਟੈਕਨੋਲੋਜੀ, ਨਵੀਆਂ ਚੀਜ਼ਾਂ ਦੀ ਲੋੜ ਹੈ। ਵਪਾਰਕ ਸੰਬੰਧ ਬਿਲਕੁਲ ਵਰਲਡ ਲੈਵਲ 'ਤੇ ਇਸ ਵੇਲੇ ਜਿਹੜੀ ਗਲੋਬਲਾਈਜੇਸ਼ਨ ਹੋਈ ਆ, ਮੈਂ ਸਮਝਦਾ ਕਿ ਇਸ ਵੇਲੇ ਜੇ ਸਾਨੂੰ ਲੋੜ ਹੈਗੀ ਆ ਤੇ ਸਾਡੇ ਯੂਥ ਨੂੰ ਇਨਵੋਲਵ ਕਰਨ ਦੀ, ਜਿਹੜੀ ਹੁਣ ਆਪਾਂ ਡਿਸਕਸ਼ਨ ਕੀਤੀ ਆ, ਭਾਵੇਂ ਕਿ ਮੁੱਦੇ ਹੋਰ ਬਹੁਤ ਸਾਰੇ ਇਹਦੇ ਵੱਖਰੇ ਵੱਖਰੇ ਆਸਪੈਕਟ ਹੈਗੇ ਨੇ, ਤੁਹਾਨੂੰ ਲੱਗਦਾ ਹੈ ਕਿ ਸਾਲ 2021 ਦੇ ਵਿੱਚ ਸਾਨੂੰ ਇਹਨਾਂ ਚੀਜ਼ਾਂ ਬਾਰੇ ਵੀ ਗੌਰ ਕਰਨਾ ਚਾਹੀਦਾ? ਜੇ ਤੁਹਾਡੇ ਜ਼ਿਹਨ 'ਚ ਕੋਈ ਆ ਰਿਹਾ ਹੈ ਜਿਹੜਾ ਮੈਂ ਨਹੀਂ ਪੁੱਛਿਆ ਕਿਉਂਕਿ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਤੁਸੀਂ ਹੋਰ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ? ਦੇਖੋ, ਸਮਾਂ ਬੜੀ ਤੇਜ਼ੀ ਨਾਲ ਬਦਲ ਰਿਹਾ, ਦੁਨੀਆ ਬੜੀ ਤੇਜ਼ੀ ਨਾਲ ਅੱਗੇ ਜਾ ਰਹੀ ਹੈ ਜੀ। ਔਰ ਮੈਂ ਸਮਝਦਾ ਕਿ ਸਾਡੀ ਜਿਹੜੀ SGPC ਹੈ, ਸਾਡੇ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ, ਉਹਨਾਂ ਸਾਰਿਆਂ ਨੂੰ ਕਈ ਸਾਡੇ ਮਸਲੇ ਨੇ ਸਿੱਖ ਕੌਮ ਦੇ ਜਿਨ੍ਹਾਂ ਨੂੰ ਸੋਲਵ ਕਰਨਾ ਚਾਹੀਦਾ ਹੈ। ਓਪਨਲੀ ਆ ਕੇ ਸਾਨੂੰ ਕਲੀਅਰ ਕਰਨਾ ਚਾਹੀਦਾ ਹੈ ਤਾਂ ਕਿ ਅਸੀਂ ਆਪਣੀ ਧਰਮ ਨੂੰ, ਆਪਣੀ ਕੌਮ ਨੂੰ ਯੂਨਾਈਟ ਹੋ ਕੇ ਅੱਗੇ ਲੈ ਕੇ ਜਾਈਏ। ਸਾਡੇ 'ਚ ਕਈ ਭਰਮ ਪੈਦਾ ਕੀਤੇ ਜਾਂਦੇ ਨੇ। ਸਾਡੇ ਵਿੱਚ ਹੁਣ ਇਹ ਆ ਗਿਆ ਕਿ ਦਲਿਤ ਸਿੱਖ CM ਆ ਰਿਹਾ ਹੈ ਜਾਂ ਦਲਿਤ ਹੁਣ ਸਿੱਖ ਆ ਰਹੇ ਨੇ। ਸਾਡੇ 'ਚ ਕੋਈ ਦਲਿਤ ਨਹੀਂ ਹੈ, ਅਸੀਂ ਸਾਰੇ ਗੁਰੂ ਦੇ ਸਿੱਖ ਹਾਂ, ਅਸੀਂ ਇੱਕ ਜਾਤ ਹਾਂ, ਅਸੀਂ ਗੁਰੂ ਗੋਬਿੰਦ ਸਿੰਘ ਦੀ ਔਲਾਦ ਹਾਂ। ਔਰ ਸਾਡੇ ਵਿੱਚ ਕੋਈ ਉੱਚਾ ਨੀਚਾ, ਛੂਤ ਛਾਤ ਕੋਈ ਐਸੀ ਗੱਲ ਨਹੀਂ। ਤੇ ਅਕਾਲ ਤਖਤ ਸਾਹਿਬ ਨੂੰ ਇਹਨਾਂ ਗੱਲਾਂ ਦਾ ਵੀ ਵਿਰੋਧ ਕਰਨਾ ਚਾਹੀਦਾ ਹੈ, SGPC ਨੂੰ ਕਰਨਾ ਚਾਹੀਦਾ। ਦੂਜਾ, ਜਿਹੜੀ ਬੇਦਬੀਆਂ ਹੋ ਰਹੀਆਂ ਨੇ, ਇਹਨਾਂ ਨੂੰ ਬੜੀ ਅਗਲੇ ਸਾਲ ਜਾਂ ਉਸ ਤੋਂ ਇਹ ਗੱਲ ਸ਼ੁਰੂ ਹੋ ਗਈ ਜਿਹੜੀ ਕਿ ਅੱਛੀ ਨਹੀਂ ਹੈ ਜੀ। SGPC ਦੀ ਟਾਸਕ ਫੋਰਸ ਜਿਹੜੀ ਹੈ ਹਰਿਮੰਦਰ ਸਾਹਿਬ ਵਿੱਚ, ਕੋਈ ਬੀਬੀ ਦੇ ਸਿਰ 'ਚੋਂ ਪੱਲਾ ਨਿਕਲ ਜਾਏ ਤੇ ਸੇਵਾਦਾਰ ਉਸੇ ਵੇਲੇ ਆ ਕੇ ਡੰਡਾ ਮਾਰ ਕੇ ਕਹਿੰਦੇ ਬੀਬੀ ਤੇਰਾ ਪੱਲਾ ਲੈ ਗਿਆ। ਤੇ ਇਹ ਸ਼ਖਸ ਉੱਥੇ 9 ਘੰਟੇ ਘੁੰਮਦਾ ਰਿਹਾ ਹੈ। ਉਹਨਾਂ ਦੇ ਸਕੈਨਰ ਵਿੱਚ ਵੀ ਸੀ, ਉਹਨਾਂ ਨੇ ਕਿਹਾ ਵੀ ਇਹ ਸਾਨੂੰ ਇਹਦੇ ਉੱਪਰ ਸ਼ੱਕ ਸੀ, ਤੇ ਇਹਨੂੰ ਕੱਢਿਆ ਕਿਉਂ ਨਹੀਂ ਗਿਆ? ਠੀਕ ਹੈ ਨਾ, ਕੋਈ ਐਕਸ਼ਨ ਕਿਉਂ ਨਹੀਂ ਲਿਆ ਗਿਆ? ਕਿਉਂਕਿ ਇਹ ਜੀ ਗੱਲਾਂ ਸੰਦੇਸ਼ ਉਠਾਉਂਦੀਆਂ ਨੇ ਜੀ। ਔਰ ਫਿਰ ਇੱਕ ਵਾਰੀ ਜਦ ਉਹਨੂੰ ਕੱਢਤਾ ਤੇ ਉਹਨੂੰ ਉੱਥੇ ਮਾਰਨ ਦੀ ਕੀ ਲੋੜ ਸੀ? ਤੁਸੀਂ ਉਹਨੂੰ ਪ੍ਰੋਟੈਕਟ ਕਰੋ, ਉਸ ਤੋਂ ਬਾਅਦ ਪਤਾ ਲਗਾਓ ਕਿ ਕਿੱਥੋਂ ਆਇਆ, ਇਹਦੇ ਪਿੱਛੇ ਸਾਜ਼ਿਸ਼ ਦਾ ਕੀ ਹੱਥ ਹੈ। ਅੱਜ ਅਸੀਂ ਉਹਨੂੰ ਉੱਥੇ ਲਿੰਚਿੰਗ ਕਰਕੇ ਉਹਨੂੰ ਮਾਰਤਾ ਹੈ। ਕਈ ਸਵਾਲ ਜਿਹੜੇ ਨੇ ਜਾਂ ਤੇ ਉਹਦੇ ਨਾਲ ਦਬ ਗਏ ਨੇ ਜਾਂ ਇੱਕ ਸਾਜ਼ਿਸ਼ ਸੀ ਕਿ ਦਬਾਤੇ ਜਾਂ ਤੇ ਇਹ ਜਿਹੜੀਆਂ ਨੇ, ਅਸੀਂ ਹੁਣ 21ਵੀਂ ਸਦੀ ਜਾ ਰਹੇ ਹਾਂ। ਇੱਕ ਜਿਵੇਂ ਤੁਸੀਂ ਕਿਹਾ ਅਗਲਾ ਸਾਲ ਬੜਾ ਆ ਰਿਹਾ ਹੈ, ਸਾਨੂੰ ਆਪਣੀ ਸਿੱਖਾਂ ਨੂੰ ਯੂਨਾਈਟ ਹੋ ਕੇ ਆਪਣੀ ਜਿਹੜੀ ਸੋਚ ਹੈ ਉਹ ਵੀ ਅੱਗੇ ਲੈ ਜਾਣੀ ਪਏਗੀ। ਸਾਡੇ ਯੂਥ ਨੂੰ ਇਹ ਜਿਹੜਾ ਧਾਰਮਿਕ ਅਸੀਂ ਪੋਲੀਟਿਕਸ ਵਿੱਚ ਲੈ ਆਉਂਦੇ ਹਾਂ ਤੇ ਇਹ ਵੋਟਾਂ ਲੈਣ ਵਾਸਤੇ ਕਈ ਅਸੀਂ ਹੱਥ ਕੰਡੇ ਖੇਡਦੇ ਹਾਂ, ਇਹਨਾਂ ਤੋਂ ਉੱਪਰ ਉਠਾ ਕੇ ਉਹਨਾਂ ਵਾਸਤੇ ਸਾਨੂੰ ਉੱਥੇ ਰੋਜ਼ਗਾਰ ਦੀ ਯੋਜਨਾ ਸ਼ੁਰੂ ਕਰਨੀ ਚਾਹੀਦੀ ਹੈ। ਕਿਸਾਨਾਂ ਨੂੰ ਹੋਰ ਚੁੱਕਣਾ ਚਾਹੀਦਾ। ਇਹ ਤੇ 3 ਕਾਨੂੰਨ ਵਾਪਸ ਹੋਏ ਨੇ ਕਿਸਾਨਾਂ ਨਹੀਂ, ਤੇ ਹੋਰ ਵੀ ਹਾਲੀ ਸਾਨੂੰ ਉਹਨਾਂ ਨੂੰ ਮਜ਼ਬੂਤ ਕਰਨਾ ਪਏਗਾ ਅੱਗੇ। ਸਾਨੂੰ ਸੈਂਟਰ ਗਵਰਨਮੈਂਟ ਨਾਲ ਕੰਮ ਕਰਨਾ ਪਏਗਾ। ਹਾਲੀ ਵੀ ਜਿਹੜੇ ਲਖੀਮਪੁਰ ਕਾਂਡ ਹੋਇਆ ਸੀ, ਜਿੱਥੇ ਕਿ ਹੁਣ SIT ਦੀ ਰਿਪੋਰਟ ਆ ਗਈ ਹੈ ਬਈ ਉਹ ਜਾਣ ਬੁੱਝ ਕੇ ਮਾਰਿਆ ਗਿਆ ਸੀ ਉਹਨਾਂ ਨੂੰ। ਹੁਣ ਅਸੀਂ ਮੋਦੀ ਗਵਰਨਮੈਂਟ ਨੂੰ ਇਹ ਵੀ ਕਹਾਂਗੇ ਕਿ ਬਈ ਉਹ ਮਿਨਿਸਟਰ ਨੂੰ ਰਿਜ਼ਾਈਨ ਕਰਨਾ ਚਾਹੀਦਾ, ਉਹਨਾਂ ਨੂੰ ਪੂਰੀਆਂ ਸਜ਼ਾਵਾਂ ਹੋਣੀਆਂ ਚਾਹੀਦੀਆਂ। ਜਿਹੜੇ ਹੋਰ ਕਈ ਕੇਸਿਸ ਆ ਰਹੇ ਨੇ, ਇੱਕ ਤਰਫ ਤੇ ਮੋਦੀ ਗਵਰਨਮੈਂਟ ਨੇ ਬੜਾ ਅੱਛਾ ਕੰਮ ਕੀਤਾ, ਗੁਰੂ ਤੇਗ ਬਹਾਦਰ ਸਾਹਿਬ ਦਾ ਸਿਲੇਬਸ ਵਿੱਚ ਆ ਗਿਆ ਕਿ ਉਹਨਾਂ ਨੇ ਕਸ਼ਮੀਰੀ ਪੰਡਤਾਂ ਨੂੰ ਬਚਾਉਣ ਵਾਸਤੇ ਆਪਣੀ ਸ਼ਹਾਦਤ ਦਿੱਤੀ ਸੀ। ਨਾਲ ਹੀ ਹੁਣ ਉੱਥੇ ਇਹ ਵੀ ਆ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ 5 ਸਿੱਖ ਉੱਤੇ ਭੇਜੇ ਸਨ ਹਿੰਦੂ ਧਰਮ ਅਡਾਪਟ ਕਰਨ ਵਾਸਤੇ। ਇਹ ਜੀ ਚੀਜ਼ਾਂ ਵੀ ਅਸੀਂ ਰੋਕਣੀਆਂ ਨੇ, ਇਹ ਡਾਇਲੌਗ ਨਾਲ ਰੁਕਣਗੀਆਂ। ਇਹ ਜੇ ਅਸੀਂ ਸੈਂਟਰ ਗਵਰਨਮੈਂਟ ਨਾਲ ਵਿਚਾਰ ਸਾਂਝੇ ਕਰਾਂਗੇ ਤਾਂ ਰੁਕਣਗੀਆਂ। ਔਰ ਇਹਦੇ ਵਿੱਚ ਸਾਡੇ ਅਕਾਲ ਤਖਤ ਸਾਹਿਬ ਤੇ SGPC ਨੂੰ ਵੀ ਥੋੜ੍ਹਾ ਜਿਹਾ ਹੋਰ ਅਗਰੈਸਿਵ ਔਰ ਵੋਕਲ ਹੋਣਾ ਪਏਗਾ। ਜਿੱਥੋਂ ਤੱਕ ਇਹ ਉਸ ਬੰਦੇ ਨੂੰ ਮਾਰਨ ਦੀ ਗੱਲ ਹੈ, ਉਹ ਜੈਸੇ ਜਿਵੇਂ ਵੇਖਿਆ ਕਿ ਇੱਥੇ ਵੀ ਹੁਣ ਜਦੋਂ ਸਾਨੂੰ ਲੱਗਦਾ ਹੈ ਕਿ ਜਿਹੜੇ ਲੋਕ ਜਦੋਂ ਗੋਲੀਬਾਰੀ ਹੁੰਦੀ ਆ ਉਹਨਾਂ ਦੇ ਵਿੱਚ ਇੱਕ ਰੰਗ ਦੇ ਲੋਕਾਂ ਨੂੰ ਛੇਤੀ ਕੀਤਿਆਂ ਟਾਰਗੇਟ ਕੀਤਾ ਜਾਂਦਾ। ਔਰ ਦੂਜੀ ਗੱਲ ਉੱਥੇ ਇਹ ਹੋਈ ਆ ਕਿ ਜਦੋਂ ਫੜਿਆ ਗਿਆ
ਤੇ ਉਦੋਂ ਉਹਨਾਂ ਲੋਕਾਂ ਨੂੰ ਫੜ ਕੇ ਕਾਨੂੰਨ ਦੇ ਮੁਤਾਬਕ ਸਜ਼ਾ ਟਾਈਮ ਨਾਲ ਨਹੀਂ ਦਿੱਤੀ ਗਈ, ਬਹੁਤ ਲਿੰਗਰ ਔਨ ਕੀਤਾ ਜਾਂਦਾ ਹੈ। ਜੇ ਲਖੀਮਪੁਰ ਖੀਰੀ ਕਾਂਡ ਹੈਗਾ ਤੇ ਉੱਥੋਂ ਦੇ ਅਜੇ ਮੰਤਰੀ ਨੇ ਅਸਤੀਫਾ ਨਹੀਂ ਦਿੱਤਾ। ਸੋ ਇਨਸਾਫ ਤੋਂ ਆਸ ਘੱਟ ਹੋ ਕੇ ਲੋਕਾਂ ਦੇ ਜਜ਼ਬਾਤ ਭੜਕਣੇ ਜਾਂ ਇਸ ਤਰ੍ਹਾਂ ਦੇ ਫੈਸਲੇ ਕਰਨੇ। ਪਰ ਨਿਰਸੰਦੇਹ ਤੁਸੀਂ ਠੀਕ ਕਿਹਾ ਹੈ ਕਿ ਉਹਦੇ ਵਿੱਚੋਂ ਕਈ ਗੱਲਾਂ ਨੇ ਜਿਹੜੀਆਂ ਸਾਨੂੰ ਲੱਗਦਾ ਹੈ ਕਿ ਪਤਾ ਲੱਗ ਸਕਦਾ ਸੀਗਾ ਕਿੰਨੇ ਭੇਜਿਆ, ਉਹਦੇ ਕੋਲ ਕੋਈ ਆਈ ਕਾਰਡ ਨਹੀਂ ਸੀ, ਉਹਦੀ ਪਹਿਚਾਣ ਹੀ ਨਹੀਂ ਅਜੇ ਤੱਕ ਹੋ ਰਹੀ। ਬਹੁਤ ਸਾਰੇ ਅਜੇ ਵੀ ਮਸਲੇ ਨੇ ਜਿਹੜੇ ਸਾਨੂੰ ਸੋਚਣ ਦੀ ਲੋੜ ਆ। ਪਰ ਕਿਸਾਨ ਮੋਰਚਾ ਜੋ ਉੱਥੇ ਲਗਭਗ 1 ਸਾਲ ਚੱਲਿਆ ਹੈ, ਉਹਨੇ ਸਾਨੂੰ ਇਸ ਸਾਲ ਦੇ ਵਿੱਚ ਇੱਕ ਬੜੀ ਵੱਡੀ ਆਸ ਦੀ ਕਿਰਨ ਦਿੱਤੀ ਹੈ, ਜਿਹਦੇ ਨਾਲ ਅਸੀਂ ਸੋਚਦੇ ਹਾਂ ਕਿ ਅਸੀਂ ਆਪਸੀ ਏਕਾ, ਪਿਆਰ ਤੇ ਵਿਚਾਰ ਵਟਾਂਦਰੇ ਨਾਲ ਜਿੱਤ ਹਾਸਲ ਕਰ ਸਕਦੇ ਹਾਂ। ਲਗਾਤਾਰ ਉਹ ਉੱਥੋਂ ਦੀ ਫੈਡਰਲ ਸਰਕਾਰ ਨਾਲ ਆਪਣਾ ਰਾਬਤਾ ਬਣਾਈ ਰੱਖਿਆ, ਗੱਲਬਾਤ ਦਾ ਉਹਨਾਂ ਨੇ ਕੋਈ ਵੀ ਉਹ ਮੌਕਾ ਨਹੀਂ ਖੁਜਾਇਆ, ਜਿਹਦੇ ਕਰਕੇ ਅੱਜ ਉਹ ਜਿੱਤ ਪ੍ਰਾਪਤ ਹੋਈ ਆ। ਅੱਜ ਦੇ ਇਸ ਵਿਚਾਰ ਵਟਾਂਦਰੇ ਦੇ ਵਿੱਚੋਂ ਅਸੀਂ ਇਹ ਸਮਝਦੇ ਹਾਂ ਕਿ 2021 ਨੇ ਸਾਨੂੰ ਇੱਕ ਵੱਡਾ ਸਬਕ ਦਿੱਤਾ ਹੈ। ਬੇਸ਼ੱਕ 26 ਜਨਵਰੀ ਤੋਂ ਲੈ ਕੇ ਅਖੀਰ ਤੱਕ, ਜਦੋਂ ਤੱਕ ਕਿਸਾਨ ਮੋਰਚੇ ਦੀ ਜਿੱਤ ਨਹੀਂ ਹੋ ਗਈ, ਉਦੋਂ ਤੱਕ ਹੌਸਲਾ, ਸਬਰ, ਸੰਤੋਖ, ਇਹੀ ਚੀਜ਼ਾਂ ਸਾਨੂੰ ਇਸ ਸਾਲ ਵੀ ਇੱਥੇ ਅਪਣਾਉਣੀਆਂ ਪੈਣੀਆਂ ਨੇ। ਆਉਂਦੇ ਸਾਲਾਂ ਦੇ ਵਿੱਚ ਇਹਨਾਂ ਤੋਂ ਨਵੀਂ ਸੇਧ ਲੈਣੀ ਪੈਣੀ ਹੈ, ਤਦ ਹੀ ਅਸੀਂ ਇਸ ਸਾਰੇ ਆਪਣੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਅੱਗੇ ਤੱਕ ਲੈ ਕੇ ਚੱਲ ਸਕਦੇ ਹਾਂ। ਇਹ ਪ੍ਰੋਗਰਾਮ ਦਾ ਸਮਾਂ ਖਤਮ ਹੁੰਦਾ ਹੈ, ਪਰ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਿਆਂ ਕਿ ਪੂਰੀ ਸਿਆਸਤ ਅਮਰੀਕਾ ਦੀ ਪੋਲਿਟਿਕਸ ਜਾਂ ਸਾਊਥ ਏਸ਼ੀਆ ਦੀ ਪੋਲਿਟਿਕਸ ਦੇ ਵਿੱਚ ਇਸ 2021 ਦੇ ਵਿੱਚ ਕਿਸ ਤਰ੍ਹਾਂ ਦੇ ਉਤਰਾਅ ਚੜ੍ਹਾਅ ਵੇਖਣ ਨੂੰ ਮਿਲੇ ਨੇ, ਇਸ ਤੋਂ ਅਗਲੇ ਪ੍ਰੋਗਰਾਮ ਦੇ ਵਿੱਚ ਅਸੀਂ ਉਹ ਮੁੱਦਾ ਤੁਹਾਡੇ ਨਾਲ ਵਿਚਾਰ ਕਰਾਂਗੇ, ਉਹ ਲੈ ਕੇ ਆਵਾਂਗੇ। ਤੁਸੀਂ ਦੇਖਦੇ ਰਹੋ PTC। ਫਿਲਹਾਲ ਤੁਹਾਡਾ ਇਹ ਪ੍ਰੋਗਰਾਮ ਵੇਖਣ ਲਈ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।